ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਮੁੱਦੇ, ਅੱਜ ਦੀਆਂ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਲਈ। ਜਿਹੜੀਆਂ ਗੱਲਾਂ ਬਾਤਾਂ, ਜਿਹੜੀਆਂ ਖਬਰਾਂ ਅੱਜ ਕੈਨੇਡਾ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਤੇ ਦੁਨੀਆ ਭਰ ਦੇ ਵਿੱਚ ਇਹਦੀ ਚਰਚਾ ਹੁੰਦੀ ਰਹੀ ਹੈ। ਰੂਸ ਯੂਕਰੇਨ ਮਾਮਲਾ ਅਜੇ ਵੀ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਅੱਜ 19ਵੇਂ ਦਿਨ ਵਿੱਚ ਇਹ ਲੜਾਈ ਦਾਖਲ ਹੋ ਚੁੱਕੀ ਹੈ। ਖਬਰਾਂ ਆ ਰਹੀਆਂ ਕਿ ਯੂਕਰੇਨ ਦੇ ਉੱਤੇ ਹਮਲਾ ਜਾਰੀ ਰੱਖਣ ਦੇ ਲਈ ਹੁਣ ਰੂਸ ਚੀਨ ਤੋਂ ਮਦਦ ਮੰਗ ਰਿਹਾ। ਸਿਆਸੀ ਸਮੀਕਰਨਾਂ ਬੜੀਆਂ ਸਪਸ਼ਟ ਨੇ। ਪੂਰੀ ਦੁਨੀਆ ਦੀਆਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਸ ਕਿਸਮ ਦੀ ਪੋਲੀਟਿਕਸ ਹੋ ਰਹੀ ਹੈ, ਇੱਕ ਪਾਸੇ ਰੂਸ ਆ ਤੇ ਦੂਜੇ ਪਾਸੇ ਅਮਰੀਕਾ ਆ। ਅਮਰੀਕਾ ਦੇ ਨਾਲ ਉਹਦੇ ਲਾਈਜ਼ ਨੇ ਤੇ ਦੂਜੇ ਪਾਸੇ ਰੂਸ ਦੇ ਨਾਲ ਚੀਨ ਹੈਗਾ ਤੇ ਉਹਦੇ ਸਾਥ ਦੀ ਮੰਗ ਕੀਤੀ ਜਾ ਰਹੀ ਆ। ਪਰ ਬਿਲਕੁਲ ਖੁੱਲ੍ਹ ਕੇ ਚੀਨ ਰੂਸ ਦੀ ਮਦਦ ਦੇ ਵਿੱਚ ਨਹੀਂ ਆ ਰਿਹਾ। ਫਾਈਨੈਂਸ਼ੀਅਲ ਟਾਈਮਜ਼ ਤੇ ਵਾਸ਼ਿੰਗਟਨ ਪੋਸਟ ਨੇ ਐਤਵਾਰ ਨੂੰ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਕਿ ਪਰ ਉਹਦੇ ਉਲਟ ਚੀਨ ਨੇ ਅਮਰੀਕਾ ਦੀਆਂ ਇਹਨਾਂ ਸਾਰੀਆਂ ਗੱਲਬਾਤਾਂ ਨੂੰ ਨਕਾਰ ਦਿੱਤਾ ਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ, ਰੂਸ ਸਾਡੇ ਕੋਲੋਂ ਮਦਦ ਨਹੀਂ ਮੰਗ ਰਿਹਾ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਜੇਕ ਸੁਲਿਵਨ, ਉਹਨਾਂ ਨੇ ਇਹ ਗੱਲਬਾਤ ਦੱਸੀ ਹੈ ਕਿ ਰੂਸ ਨੇ ਚੀਨ ਦੇ ਕੋਲੋਂ ਜਿਹੜੀ ਵਾਰ ਇਕਵਿਪਮੈਂਟ ਆ ਉਹ ਮੰਗੇ ਆ। ਲੜਾਈ ਦੇ ਲਈ ਜਿਹੜਾ ਸਮਾਨ ਉਹਨਾਂ ਕੋਲ ਨਹੀਂ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਕੋਲੋਂ ਆਰਥਿਕ ਸਹਿਯੋਗ ਦੀ ਵੀ ਮੰਗ ਕੀਤੀ ਆ। ਆਰਥਿਕ ਤੌਰ 'ਤੇ ਰੂਸ ਪੂਰੀ ਤਰ੍ਹਾਂ ਟੁੱਟ ਚੁੱਕਿਆ। ਜਿੰਨੀਆਂ ਪਾਬੰਦੀਆਂ ਦੁਨੀਆ ਨੇ ਇੱਕ ਪਾਸੇ ਹੋ ਕੇ ਉਹ ਵੀ ਦੁਨੀਆ ਦੇ ਵੱਡੇ ਦੇਸ਼ਾਂ ਨੇ ਰੂਸ ਦੇ ਖਿਲਾਫ ਲਾਈਆਂ, ਰੂਸ ਕੋਲੋਂ ਉਹਦਾ ਸਾਹਮਣਾ ਨਹੀਂ ਕੀਤਾ ਜਾ ਰਿਹਾ ਤੇ ਉਹਨੂੰ ਝੱਲਿਆ ਨਹੀਂ ਜਾ ਰਿਹਾ। ਬਲੂਮਬਰਗ ਦੇ ਜਿਹੜੇ ਐਕਸਪਰਟ ਨੇ ਉਹ ਇੱਕ ਹਵਾਲੇ ਨਾਲ ਦੱਸ ਰਹੇ ਆ ਕਿ ਰੂਸੀ ਸੈਨਾ ਇਸ ਵੇਲੇ ਫਾਗ ਆਫ ਵਾਰ ਦੀ ਸਥਿਤੀ ਦੇ ਵਿੱਚ ਆ। ਇਸੇ ਵਜ੍ਹਾ ਕਰਕੇ ਉਹਨੂੰ ਚੀਨ ਤੋਂ ਮਦਦ ਮੰਗਣੀ ਪੈ ਰਹੀ ਆ। ਇਸ ਮਾਮਲੇ ਦੇ ਵਿੱਚ ਅਮਰੀਕਾ ਨੇ ਵੀ ਚੀਨ ਦੇ ਨਾਲ ਕਾਫੀ ਸਖਤ ਰੁਖ ਕਹਿੰਦੇ ਦੱਸਿਆ ਹੈ ਕਿ ਜੇਕਰ ਉਹ ਰੂਸ ਦੀ ਮਦਦ ਕਰਦਾ ਆ ਤਾਂ ਉਹਦੇ ਨਾਲ ਵੀ ਅਮਰੀਕਾ ਨਾਰਾਜ਼ ਹੋਊਗਾ ਤੇ ਉਹਨਾਂ ਨੇ ਇਹਨੂੰ ਮਦਦ ਨਾ ਕਰਨ ਦੀ ਸਲਾਹ ਦਿੱਤੀ ਹੈ। ਅਮਰੀਕਾ ਨੇ ਇਹ ਕਿਹਾ ਕਿ ਜੇ ਚੀਨ ਰੂਸ ਦੇ ਉੱਤੇ ਪੱਛਮੀ ਦੇਸ਼ਾਂ ਦੇ ਲਾਈਆਂ ਪਾਬੰਦੀਆਂ ਦਾ ਅਸਰ ਖਤਮ ਕਰਨ ਦੇ ਲਈ ਮਦਦ ਕੀਤੀ ਤਾਂ ਉਹਦੇ ਉੱਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਸੋਮਵਾਰ ਨੂੰ ਜੇਕ ਸੁਲਿਵਨ ਨੇ ਰੋਮ ਤੇ ਚੀਨ ਦੇ ਵਿੱਚ ਜਿਹੜੀ ਕਈ ਉੱਥੋਂ ਦੇ ਰਾਜਨੀਤਿਕ ਹੈਗੇ ਆ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੀਆਂ ਗੱਲਾਂ ਬਾਤਾਂ ਵੀ ਸਾਹਮਣੇ ਆ ਰਹੀਆਂ। ਹੁਣ ਜਦੋਂ ਇਹ ਕਿਹਾ ਜਾ ਰਿਹਾ ਕਿ ਰੂਸੀ ਫੌਜ ਇਸ ਵੇਲੇ ਫਾਗ ਆਫ ਵਾਰ ਦੀ ਸਥਿਤੀ ਵਿੱਚ ਹੈ ਤਾਂ ਫਾਗ ਆਫ ਵਾਰ ਦਾ ਮਤਲਬ ਇਹ ਆ ਕਿ ਯੁੱਧ ਦੇ ਵਿੱਚ ਇਹੋ ਜਿਹੀ ਸਥਿਤੀ ਹੈ ਜਦੋਂ ਸੈਨਾ ਦੇ ਲੀਡਰ ਦੇ ਕੋਲ ਕੋਈ ਅੱਗੇ ਦੀ ਰਣਨੀਤੀ ਨਹੀਂ ਹੁੰਦੀ ਤੇ ਇੱਥੇ ਕਾਫੀ ਉਹ ਕਮਜ਼ੋਰ ਹੋ ਜਾਂਦੇ ਆ ਤੇ ਕਈ ਵਾਰ ਜੇ ਉਹ ਸਹੀ ਨਿਰਣਾ ਨਹੀਂ ਲੈਂਦੇ ਤਾਂ ਹਾਰ ਦਾ ਸਾਹਮਣਾ ਵੀ ਕਰਨਾ ਪੈਂਦਾ। ਥੋੜ੍ਹੇ ਦਿਨਾਂ ਦੀ ਖੇਡ ਸਮਝੀ ਜਾਂਦੀ ਸੀ ਕਿ ਯੂਕਰੇਨ ਦੀ ਰਾਜਧਾਨੀ ਕੀਵ ਦੇ ਉੱਤੇ ਰੂਸ ਦੀ ਫੌਜ ਪਹੁੰਚ ਜਾਊਗੀ। ਅਮਰੀਕੀ ਥਿੰਕ ਟੈਂਕ ਇਹ ਚੇਤਾਵਨੀ ਵੀ ਉਹਨਾਂ ਨੇ ਦਿੱਤੀ ਸੀ ਕਿ ਰੂਸੀ ਸੈਨਾ ਜੇ ਫੁੱਲ ਸਕੇਲ ਦੇ ਉੱਤੇ ਯੁੱਧ ਸ਼ੁਰੂ ਕਰਦੀ ਹੈ ਤਾਂ ਸਿਰਫ 48 ਘੰਟੇ ਦੇ ਵਿੱਚ ਉਹਦੇ ਟੈਂਕ ਯੂਕਰੇਨ ਦੀ ਰਾਜਧਾਨੀ ਕੀਵ ਦੇ ਵਿੱਚ ਦਾਖਲ ਹੋ ਸਕਦੇ ਆ। ਪਰ ਅੱਜ ਹਮਲੇ ਦੇ 19ਵੇਂ ਦਿਨ ਵੀ ਉਹ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਦੱਸਦੇ ਆ ਕਿ 16 ਕਿਲੋਮੀਟਰ ਅਜੇ ਵੀ ਦੂਰ ਨੇ। ਸੋ ਜਿੰਨੇ ਪਾਬੰਦੀਆਂ ਰੂਸ ਦੇ ਉੱਤੇ ਦੁਨੀਆ ਨੇ ਲਾਈਆਂ ਆ, ਯੂਕਰੇਨ ਦੇ ਉੱਤੇ ਰੂਸ ਦੇ ਹਮਲੇ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਆਲੋਚਨਾ ਹੋਈ ਆ। ਅਮਰੀਕਾ ਸਮੇਤ ਬਹੁਤ ਵੱਡੇ ਦੇਸ਼ਾਂ ਨੇ ਜਿਹੜੀਆਂ ਬੈਂਕਾਂ ਨੇ ਉਹਦੇ ਉੱਤੇ ਜਿਹੜਾ ਬੈਨ ਲਾਇਆ ਆ। ਇਹਨਾਂ ਹੀ ਨੇ ਵੱਡੀਆਂ ਕੰਪਨੀਆਂ ਨੇ ਵੀ ਰੂਸ ਦੇ ਵਿੱਚ ਆਪਣੀਆਂ ਸੇਵਾਵਾਂ ਰੋਕ ਦਿੱਤੀਆਂ ਤੇ ਉਹਦਾ ਅਸਰ ਸਿੱਧਾ ਰੂਸ ਦੇ ਉੱਤੇ ਪੈ ਰਿਹਾ। ਜਿਹੜੇ ਇਸ ਗੱਲ ਦੇ ਜਾਣਕਾਰ ਨੇ ਉਹ ਦੱਸ ਰਹੇ ਆ ਕਿ ਆਰਥਿਕ ਪ੍ਰਤੀਬੰਧੀਆਂ ਲਾਉਣ ਦੇ ਨਾਲ ਰੂਸ ਆਰਥਿਕ ਤੌਰ ਦੇ ਉੱਤੇ ਕਮਜ਼ੋਰ ਹੋ ਰਿਹਾ ਤੇ ਹੁਣ ਇਸੇ ਕਰਕੇ ਉਹਨੂੰ ਸ਼ਾਇਦ ਚੀਨ ਦੀ ਸ਼ਰਨ ਦੇ ਵਿੱਚ ਜਾਣਾ ਪੈ ਰਿਹਾ ਕਿਉਂਕਿ ਆਰਥਿਕ ਤੌਰ ਦੇ ਉੱਤੇ ਜ਼ਿਆਦਾ ਕਮਜ਼ੋਰ ਆ। ਜੇ ਚੀਨ ਦੇ ਰਵੱਈਏ ਦੀ ਗੱਲਬਾਤ ਕੀਤੀ ਜਾਵੇ ਤਾਂ ਚੀਨ ਨੇ ਯੂਕਰੇਨ ਦੇ ਉੱਤੇ ਰੂਸ ਦੀ ਹਮਲੇ ਦੀ ਕਦੇ ਨਿੰਦਾ ਨਹੀਂ ਕੀਤੀ। ਹਾਲਾਂਕਿ ਦੋਨਾਂ ਦੇਸ਼ਾਂ ਦੇ ਵਿੱਚ ਆਪਸ ਦੇ ਵਿੱਚ ਜਿਹੜੀ ਯੁੱਧ ਰੋਕਣ ਦੀ ਗੱਲਬਾਤ ਵੀ ਚੱਲਦੀ ਹੈ। ਯੂਕਰੇਨ ਦੇ ਮੰਤਰੀ ਡੈਨਿਸ ਕੋਡਨ ਨੇ ਗੱਲ ਦੱਸੀ ਹੈ ਕਿ ਰੂਸੀ ਹਮਲੇ ਦੀ ਵਜ੍ਹਾ ਕਾਰਨ ਯੂਕਰੇਨੀ ਇਨਫਰਾਸਟ੍ਰਕਚਰ ਨੂੰ ਹੁਣ ਤੱਕ $119 ਬਿਲੀਅਨ ਤੋਂ ਜ਼ਿਆਦਾ ਦਾ ਨੁਕਸਾਨ ਹੋ ਚੁੱਕਾ। ਯੁੱਧ ਹਮੇਸ਼ਾ ਮਾਰੂ ਹੁੰਦਾ, ਹਮੇਸ਼ਾ ਖਤਰਨਾਕ ਹੁੰਦਾ। ਅੰਦਾਜ਼ਾ ਲਾ ਲਓ ਕਿ ਉਸ ਹਮਲੇ ਨਾਲ ਹੁਣ ਤੱਕ $119 ਬਿਲੀਅਨ ਦਾ ਇਨਫਰਾਸਟ੍ਰਕਚਰ ਦਾ ਸਿੱਧਾ ਨੁਕਸਾਨ ਹੋ ਚੁੱਕਾ। ਜਿਹੜੀ ਸਦਰਨ ਪੋਰਟ ਦੇ ਵੱਲ ਸਿਟੀ ਹੈ ਮਾਈਕੋਲੋਵ, ਉਹਦੇ ਵਿੱਚ ਵੀ ਰੂਸੀ ਏਅਰ ਸਟ੍ਰਾਈਕ ਦੇ ਨਾਲ 9 ਆਮ ਜਿਹੜੇ ਨਾਗਰਿਕ ਆ ਉਹਨਾਂ ਦੇ ਮਰਨ ਦੀ ਖਬਰ ਆ ਰਹੀ ਆ। ਦਰਜਨ ਤੋਂ ਜ਼ਿਆਦਾ ਜ਼ਖਮੀ ਹੋਏ ਆ। ਉੱਥੋਂ ਦੇ ਰੀਜਨਲ ਗਵਰਨਰ ਨੇ ਇਹ ਦਾਅਵਾ ਕੀਤਾ ਹੈ। ਉੱਥੋਂ ਦੀ ਨਿਊਜ਼ ਏਜੰਸੀ ਸਪੁਟਨਿਕ ਦੇ ਮੁਤਾਬਿਕ ਯੂਕਰੇਨ ਤੇ ਰੂਸ ਦੇ ਅਧਿਕਾਰੀ ਜਿਹੜੇ ਰਾਜ ਦੇ ਵਿੱਚ ਫੇਰ ਸ਼ਾਂਤੀ ਵਾਰਤਾ ਦੀ ਗੱਲਬਾਤ ਕਰ ਰਹੇ ਆ ਤੇ ਇਹ ਹੁਣ ਗੱਲਬਾਤ ਜਿਹੜੀ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਊਗੀ। ਯੂਕਰੇਨ ਦਾ ਇਰਪਿਨ ਸ਼ਹਿਰ ਦੇ ਵਿੱਚ ਰੂਸੀ ਸ਼ਹਿਰ ਦੀ ਗੋਲਾਬਾਰੀ ਦੇ ਵਿੱਚ ਅਮਰੀਕੀ ਪੱਤਰਕਾਰ ਬ੍ਰੈਂਟ ਰਨਾਲਡ ਦੀ ਮੌਤ ਹੋ ਗਈ ਆ। ਬ੍ਰੈਂਟ ਰਨਾਲਡ ਦੀ ਮੌਤ ਇੱਕ ਬਹੁਤ ਵੱਡਾ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਘਾਟਾ ਆ। ਉਹਨਾਂ ਦੇ ਸਾਥੀ ਪੱਤਰਕਾਰ ਉੱਥੇ ਜੁਆਨ ਅਰੈਂਡੋ ਸੀਗੇ, ਉਹ ਜ਼ਖਮੀ ਹੋਇਆ। 52 ਸਾਲਾਂ ਦੇ ਰੋਨਾਲਡ ਅਵਾਰਡ ਵਿਨਿੰਗ ਫਿਲਮ ਮੇਕਰ ਵੀ ਸੀਗੇ। ਬਹੁਤ ਸਾਰੀ ਦੁਨੀਆ ਦੇ ਵਿੱਚ ਡਾਕੂਮੈਂਟਰੀਜ਼ ਇਹਨਾਂ ਨੇ ਬਣਾਈਆਂ।
ਪੱਤਰਕਾਰਤਾ ਦੇ ਖੇਤਰ ਵਿੱਚ ਬਹੁਤ ਵੱਡਾ ਇਹਨਾਂ ਦਾ ਨਾਂ ਸੀ। AFP ਨਿਊਜ਼ ਏਜੰਸੀ ਦੇ ਮੁਤਾਬਕ ਮਾਸਕੋ ਨੇ ਯੂਕਰੇਨ ਦੇ ਉੱਤੇ ਹਮਲੇ ਦੇ ਖਿਲਾਫ ਮਾਸਕੋ ਦੇ ਵਿੱਚ ਹੀ ਜਿਹੜਾ ਐਤਵਾਰ ਨੂੰ ਬਹੁਤ ਵੱਡਾ ਪ੍ਰਦਰਸ਼ਨ ਹੋਇਆ। ਰੂਸ ਦੇ ਵਿੱਚ ਵੀ ਰੂਸ ਦੇ ਖਿਲਾਫ ਵਿਦਰੋਹ ਲਗਾਤਾਰ ਉੱਠ ਰਿਹਾ, ਉਹਨੂੰ ਦਬਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ, ਸਖਤ ਕਾਨੂੰਨ ਵੀ ਬਣਾਏ ਜਾ ਰਹੇ ਆ। ਪਰ ਇੰਨੇ ਸਾਰੇ ਕੁਝ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਐਤਵਾਰ ਨੂੰ ਮਾਸਕੋ ਦੇ ਵਿੱਚ ਇਕੱਠੇ ਹੋਏ ਤੇ ਜਿਨ੍ਹਾਂ ਦੇ ਵਿੱਚੋਂ 800 ਤੋਂ ਜ਼ਿਆਦਾ ਲੋਕਾਂ ਨੂੰ ਦੱਸਦੇ ਆ ਕਿ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਯੂਕਰੇਨ ਦੇ ਜਿਹੜੇ ਮਾਨਵ ਅਧਿਕਾਰੀ ਨਿਗਰਾਨੀ ਸਮੂਹ ਆ ਉਹਦੇ ਰੂਸ ਦੇ ਵਿੱਚ ਪੋਪਸਾਨਾ ਸ਼ਹਿਰ ਦੇ ਵਿੱਚ ਫਾਸਫੋਰਸ ਬੰਬ ਨਾਲ ਹਮਲਾ ਕਰਨ ਦਾ ਦੋਸ਼ ਲਾਇਆ ਗਿਆ, ਹਾਲਾਂਕਿ ਇਸ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਗਈ। ਯੂਕਰੇਨ ਦੇ ਜਿਹੜੇ ਪੱਛਮੀ ਇਲਾਕੇ ਦੇ ਵਿੱਚ ਲੜਾਈ ਤੇਜ਼ ਆ, ਉੱਥੇ ਹੁਣ ਤੱਕ ਜਿਹਨੂੰ ਸੇਫ ਹੈਵਨ ਮੰਨਿਆ ਜਾਂਦਾ ਸੀ ਉੱਥੇ ਵੀ ਹਮਲੇ ਹੋ ਰਹੇ ਆ। ਰੂਸੀ ਸੈਨਾ ਨੇ ਐਤਵਾਰ ਨੂੰ ਨੈਟੋ ਦੇ ਜਿਹੜੇ ਦੇਸ਼ ਹੈਗਾ ਪੋਲੈਂਡ, ਉਹਦੇ ਬਾਰਡਰ ਤੋਂ 12 ਮੀਲ ਦੂਰ ਯੋਵਰੇਵ ਦੇ ਵਿੱਚ ਇੱਕ ਮਿਲਟਰੀ ਟ੍ਰੇਨਿੰਗ ਬੇਸ ਦੇ ਵਿੱਚ ਕਰੂਜ਼ ਮਿਜ਼ਾਈਲਾਂ ਦਾਗ ਕੇ 35 ਲੋਕਾਂ ਨੂੰ ਮਾਰ ਦਿੱਤਾ, 134 ਜ਼ਖਮੀ ਕਰ ਦਿੱਤੇ। ਰੂਸ ਦੇ ਹਮਲੇ ਦੇ ਵਿੱਚ 180 ਵਿਦੇਸ਼ੀ ਲੜਾਕਿਆਂ ਨੂੰ ਮਾਰਨ ਦਾ ਦਾਅਵਾ ਕੀਤਾ। ਸੋ ਜਿਹੜਾ ਨੈਟੋ ਦੇ ਵਿੱਚ ਇਸ ਵੇਲੇ ਦੀ ਨਿਊਯਾਰਕ ਟਾਈਮਸ ਦੇ ਮੁਤਾਬਕ ਵੱਡੀ ਡਿਵੈਲਪਮੈਂਟ ਇਹ ਆ ਕਿ ਲੀਵ ਸ਼ਹਿਰ ਦੇ ਕਰੀਬ ਇੱਕ ਹਮਲੇ ਦਾ ਇਹ ਸ਼ਿਕਾਰ ਹੋਇਆ। ਮਿਲਟਰੀ ਬੇਸ ਜਿਹੜਾ ਇੰਟਰਨੈਸ਼ਨਲ ਪੀਸ ਕੀਪਿੰਗ ਸੈਂਟਰ ਹੁੰਦਾ ਸੀ, ਉੱਥੇ ਅਮਰੀਕੀ ਸੈਨਾ 1 ਮਹੀਨਾ ਪਹਿਲਾਂ ਯੂਕਰੇਨ ਦੇ ਸੈਨਿਕਾਂ ਨੂੰ ਟ੍ਰੇਨਿੰਗ ਦਿੰਦੀ ਸੀ। ਰੂਸ ਨੇ ਇਸੇ 30 ਤੋਂ ਜ਼ਿਆਦਾ ਕਰੂਜ਼ ਮਿਜ਼ਾਈਲਾਂ ਜਿਹੜੀਆਂ ਸਿੱਟੀਆਂ ਆ ਤੇ ਯੂਕਰੇਨ ਸਰਕਾਰ ਨੇ ਇਹਨੂੰ ਅੱਤਵਾਦੀ ਹਮਲਾ ਕਿਹਾ ਤੇ ਨੈਟੋ ਤੇ ਯੂਕਰੇਨ ਨੂੰ ਲੈ ਕੇ ਜਿਹੜਾ ਨੋ ਫਲਾਈ ਜ਼ੋਨ ਆ ਉਹਨੂੰ ਡਿਕਲੇਅਰ ਕਰਨ ਦੀ ਗੱਲਬਾਤ ਵੀ ਕੀਤੀ ਹੈ। ਤੇ ਰਿਪੋਰਟ ਦੇ ਮੁਤਾਬਕ ਰੂਸ ਦੇ ਵੀ ਹਮਲੇ ਦੀ ਪੁਸ਼ਟੀ ਕੀਤੀ ਹੈ। ਰੂਸ ਦੇ ਰੱਖਿਆ ਵਿਭਾਗ ਨੇ ਕਿਹਾ ਕਿ ਉਹਨੇ 180 ਵਿਦੇਸ਼ੀ ਲੜਾਕਿਆਂ ਨੂੰ ਮਾਰ ਦਿੱਤਾ ਜਿਹੜੇ ਯੂਕਰੇਨ ਦੇ ਪਾਸਿਓਂ ਲੜਨ ਆਏ ਸੀ। ਰੂਸੀ ਸੈਨਾ ਇਹ ਹਮਲਾ ਚੇਤਾਵਨੀ ਦੇ ਇੱਕ ਦਿਨ ਬਾਅਦ ਦਿੱਤਾ, ਜਿਹਦੇ ਵਿੱਚ ਉਹਨਾਂ ਨੇ ਯੂਕਰੇਨ ਤੇ ਅਮਰੀਕਾ ਦੇ ਦੂਜੇ ਦੇਸ਼ਾਂ 'ਚੋਂ ਮਿਲਣ ਵਾਲੇ ਆਰਥਿਕ ਜਿਹੜੇ ਹਥਿਆਰਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲਬਾਤ ਕੀਤੀ ਸੀਗੀ। ਹੁਣ ਤੱਕ ਇਸ ਲੜਾਈ ਦੇ ਵਿੱਚ ਨੁਕਸਾਨ ਕਿੰਨਾ ਹੋ ਚੁੱਕਿਆ? 50 ਰਿਫਿਊਜੀ ਪੋਲੈਂਡ ਜਾ ਰਹੀ ਇੱਕ ਜਿਹੜੀ ਯੂਕਰੇਨ ਤੋਂ ਕਰੀਬ 50 ਰਿਫਿਊਜੀ ਸੀਗੇ ਜਿਹੜੇ ਪੋਲੈਂਡ ਨੂੰ ਜਾ ਰਹੀ ਇੱਕ ਬੱਸ ਸੀਗੀ, ਪਲਟ ਗਈ। ਉਹਦੇ ਵਿੱਚ ਜਿਹੜੀ ਆਦਮੀ ਦੀ ਮੌਤ ਹੋਈ ਆ, ਕਈ ਜ਼ਖਮੀ ਵੀ ਹੋਏ ਆ। ਰੂਸ ਦੇ ਹਮਲੇ ਦਾ ਸਭ ਤੋਂ ਜ਼ਿਆਦਾ ਸ਼ਿਕਾਰ ਜਿਹੜਾ ਆ ਉਹ ਮਰੀਉਪੋਲ ਸ਼ਹਿਰ ਦੱਸਿਆ ਜਾ ਰਿਹਾ, ਜਿਹਦੇ 'ਚ 8187 ਆਮ ਨਾਗਰਿਕ ਹੁਣ ਤੱਕ ਮਾਰੇ ਜਾ ਚੁੱਕੇ ਆ। ਜਿਹੜਾ ਰੈਡਫਾਸ ਨੇ ਚੇਤਾਵਨੀ ਵੀ ਦਿੱਤੀ ਆ ਕਿ ਮਰੀਉਪੋਲ ਸ਼ਹਿਰ ਦੇ ਵਿੱਚ ਫਸੇ ਕਰੀਬ 4 ਲੱਖ ਲੋਕਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਆ। ਜੇਕਰ ਉਹਨਾਂ ਨੂੰ ਸਮੇਂ ਦੇ ਨਾਲ ਮਦਦ ਨਾ ਦਿੱਤੀ ਤਾਂ ਦੁਬਾਰਾ ਬਹੁਤ ਜ਼ਿਆਦਾ ਉਹਨਾਂ ਨੂੰ ਪਰੇਸ਼ਾਨੀ ਹੋ ਸਕਦੀ ਆ। ਇਹ ਵੀ ਜਿਹੜੀ ਰੈੱਡ ਕਰਾਸ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੂੰ ਕੱਢਣ ਦੇ ਲਈ ਗ੍ਰੀਨ ਕੋਰੀਡੋਰ ਦੀ ਦੁਬਾਰਾ ਬਹਾਲੀ ਦੀ ਅਪੀਲ ਕੀਤੀ ਹੈ। ਪੂਰਬੀ ਯੂਕਰੇਨ ਦੇ ਵਿੱਚ ਇਵੈਕੂਏਸ਼ਨ ਟ੍ਰੇਨ ਦੇ ਵਿੱਚ ਅੱਗ ਲੱਗੀ, ਉਹਦੇ ਵਿੱਚ ਕੰਡਕਟਰ ਦੀ ਮੌਤ ਹੋ ਗਈ, ਕਈ ਜ਼ਖਮੀ ਹੋਏ ਆ। ਨੈਸ਼ਨਲ ਰੋਡ ਕੰਪਨੀ ਨੇ ਐਤਵਾਰ ਨੂੰ ਇਹ ਗੱਲਬਾਤ ਦੱਸੀ ਆ ਕਿ ਡੋਨੈਸਕ ਰੀਜਨ ਦੇ ਵਿੱਚ ਬੂਸਿਨ ਸਟੇਸ਼ਨ ਦੇ ਕੋਲੇ ਜਿਹੜੀ ਅੱਗ ਦਾ ਇਹ ਸ਼ਿਕਾਰ ਹੋਈ ਟ੍ਰੇਨ ਦੇ ਵਿੱਚ 100 ਬੱਚਿਆਂ ਸਮੇਤ ਕਈ ਸੈਂਕੜੇ ਲੋਕ ਸਵਾਰ ਸਨ। ਅੱਜ 19 ਦੇ ਵਿੱਚ ਜਦੋਂ ਅਸੀਂ ਪਿੱਛੇ ਮੁੜ ਕੇ ਦੇਖ ਰਹੇ ਹਾਂ ਤਾਂ ਬਹੁਤ ਸਾਰਾ ਨੁਕਸਾਨ ਹੋ ਚੁੱਕਿਆ। ਨਾ ਰੂਸ ਪਿੱਛੇ ਹਟ ਰਿਹਾ ਤੇ ਨਾ ਜਿਹੜੇ ਬਾਕੀ ਦੇਸ਼ ਆ ਉਹਨਾਂ ਦੇ ਨਾਲ ਕੋਈ ਗੱਲਬਾਤ ਸਿਰੇ ਚੜ ਰਹੀ ਹੈ। ਇਹ ਯੁੱਧ ਕਿੰਨਾ ਚਿਰ ਚੱਲਦਾ, ਕੀ ਆਖਰ ਦੇ ਵਿੱਚ ਰੂਸ ਯੂਕਰੇਨ ਦੇ ਉੱਤੇ ਪੂਰੇ ਦਾ ਪੂਰਾ ਕਬਜ਼ਾ ਕਰ ਲੈਂਦਾ? ਇਹ ਲੜਾਈ ਇੰਨੇ ਨੁਕਸਾਨ ਤੋਂ ਬਾਅਦ ਵਿੱਚ ਹੀ ਬੰਦ ਹੋ ਜਾਂਦੀ ਆ? ਅਮਰੀਕਾ ਤੇ ਨੈਟੋ ਜਿਹੜੇ ਉਹ ਯੂਕਰੇਨ ਨੂੰ ਕਿੱਥੇ ਤੱਕ ਬਚਾ ਸਕਦੇ ਆ? ਇਹ ਸਾਰੀਆਂ ਗੱਲਾਂ ਆਉਣ ਵਾਲੇ ਸਮੇਂ ਵਿੱਚ ਜ਼ਰੂਰ ਸਾਡੇ ਸਾਹਮਣੇ ਆਉਣਗੀਆਂ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਲੋਕ ਕੈਨੇਡਾ ਆਉਣਾ ਚਾਹੁੰਦੇ ਆ, ਕੈਨੇਡਾ ਦੀ ਸਿਟੀਜ਼ਨਸ਼ਿਪ ਲੈਣਾ ਚਾਹੁੰਦੇ ਆ ਤੇ ਇੱਥੇ ਲੈਂਦੇ ਵੀ ਆ। ਕੈਨੇਡਾ ਦੁਨੀਆ ਦਾ ਇੱਕ ਬਿਹਤਰ ਦੇਸ਼ ਆ, ਇੱਥੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਕਰਕੇ ਲੋਕ ਇੱਥੇ ਆਉਣਾ ਚਾਹੁੰਦੇ ਆ। ਪਰ ਕਈ ਵਾਰੀ ਇੱਥੋਂ ਦੇ ਨਿਯਮ ਕਈ ਦਿੱਕਤਾਂ ਪੈਦਾ ਕਰ ਦਿੰਦੇ ਆ। ਕਈ ਵਾਰੀ ਇਹ ਨਿਯਮ ਜਿਹੜੇ ਆ ਇਸ ਕੈਨੇਡਾ ਦੀ ਸਿਟੀਜ਼ਨਸ਼ਿਪ ਦਾ ਜਿਹੜਾ ਇੱਕ ਮਾਣ ਰੁਤਬਾ ਆ ਉਹਨੂੰ ਬਚਾਉਣ ਦੇ ਲਈ ਇਹ ਕਾਨੂੰਨ ਬਣਾਏ ਜਾਂਦੇ ਆ ਤੇ ਕਈ ਵਾਰੀ ਇਹ ਕੁਝ ਲੋਕਾਂ ਦਾ ਨੁਕਸਾਨ ਕਰ ਦਿੰਦੇ ਆ। ਇੱਕ ਇੱਦਾਂ ਦੀ ਘਟਨਾ ਸਾਹਮਣੇ ਆਈ ਹੈ। ਪੈਟਰਿਕ ਚੈਂਡਲਰ ਇੱਕ ਵਿਅਕਤੀ ਦਾ ਨਾਂ ਆ, ਉਹ ਕੈਨੇਡੀਅਨ ਆ, ਪਰ ਹੁਣ ਉਹ ਆਪਣੀ ਸਿਟੀਜ਼ਨਸ਼ਿਪ ਆਪਣੇ ਬੱਚਿਆਂ ਨੂੰ ਪਾਸ ਆਨ ਨਹੀਂ ਕਰ ਸਕਦਾ। ਜਿਹੜਾ ਵਿਅਕਤੀ ਕੈਨੇਡਾ ਦਾ ਸਿਟੀਜ਼ਨ ਹੋਵੇ ਉਹਦੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਵੀ ਕੈਨੇਡੀਅਨ ਸਿਟੀਜ਼ਨਸ਼ਿਪ ਮਿਲ ਜਾਂਦੀ ਆ, ਪਰ ਕਈ ਕੇਸਿਸ ਦੇ ਵਿੱਚ ਇਹਦਾ ਨਹੀਂ ਹੋ ਰਿਹਾ। ਹੁਣ ਪਤਾ ਲੱਗਿਆ ਕਿ ਪੈਟਰਿਕ ਚੈਂਡਲਰ ਵਰਗੇ ਹੋਰ ਬਹੁਤ ਸਾਰੇ ਲੋਕ ਆ ਜਿਹੜੇ ਇੱਥੇ ਕੈਨੇਡਾ ਦੇ ਵਿੱਚ ਰਹਿ ਰਹੇ ਆ, ਪਰ ਉਹ ਆਪਣੀ ਸਿਟੀਜ਼ਨਸ਼ਿਪ ਆਪਣੇ ਬੱਚਿਆਂ ਨੂੰ ਪਾਸ ਆਨ ਨਹੀਂ ਕਰ ਸਕੇ। ਉਹਦੇ ਲਈ ਹੁਣ ਉਹ ਇਕੱਠੇ ਹੋ ਕੇ ਸਰਕਾਰ ਕੋਲ ਮੰਗ ਵੀ ਕਰ ਰਹੇ ਆ। ਇਹ ਵਿਅਕਤੀ ਪੈਟਰਿਕ ਚੈਂਡਲਰ ਜਿਹੜਾ ਕੈਨੇਡੀਅਨ ਸਿਟੀਜ਼ਨ ਆ, ਚੀਨ ਦੇ ਵਿੱਚ ਕੰਮ ਕਰਦਾ ਸੀ 2008 ਦੇ ਵਿੱਚ, ਤੇ ਉੱਥੇ ਇੱਕ ਚੀਨ ਦੀ ਔਰਤ ਦੇ ਨਾਲ ਜਿਹਦਾ ਨਾਂ ਫਿਓਨਾ ਦੱਸਿਆ ਜਾ ਰਿਹਾ, ਉਹਦੇ ਨਾਲ ਇਹਨੂੰ ਪਿਆਰ ਹੋ ਗਿਆ। ਦੋਵਾਂ ਨੇ ਵਿਆਹ ਕਰਾ ਲਿਆ, 2 ਇਹਨਾਂ ਦੇ ਬੱਚੇ ਹੋ ਗਏ।
ਫਿਰ 2017 ਦੇ ਵਿੱਚ ਇਹਨੂੰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨੌਕਰੀ ਮਿਲ ਗਈ ਤੇ ਇਹ ਵਾਪਸ ਚੀਨ ਤੋਂ ਫਿਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਪਣੀ ਨੌਕਰੀ ਦੇ ਉੱਤੇ ਵਾਪਸ ਆ ਗਿਆ। ਇੱਥੇ ਆ ਕੇ ਮੂਵ ਕਰ ਗਏ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਬੱਚਿਆਂ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਨਹੀਂ ਦਿੱਤੀ ਜਾ ਸਕਦੀ। ਮਾਮਲਾ ਕੀ ਆ, ਚੈਂਡਲਰ ਦਾ ਜਨਮ ਲੀਬੀਆ ਦੇ ਵਿੱਚ ਹੋਇਆ। ਉਹਦਾ ਜਨਮ ਲੀਬੀਆ ਦੇ ਵਿੱਚ ਹੋਇਆ, ਪਰ ਉਹਦੇ ਪੇਰੈਂਟਸ ਦੋਵੇਂ ਕੈਨੇਡੀਅਨ ਸੀ। ਉਹਦੇ ਦੋਵੇਂ ਮਾਪਿਆਂ ਕੋਲ ਕੈਨੇਡੀਅਨ ਸਿਟੀਜ਼ਨਸ਼ਿਪ ਸੀਗੀ। ਹੁਣ ਉਹ ਕੈਨੇਡੀਅਨ ਸੀਗੇ, ਉਹਦੇ ਤੋਂ ਬਾਅਦ ਉਹ ਲੀਬੀਆ ਦੇ ਵਿੱਚ ਉਹਦਾ ਜਨਮ ਹੋਇਆ, ਬਾਅਦ ਦੇ ਵਿੱਚ ਉਹ ਕੈਨੇਡਾ ਆ ਗਿਆ। ਬਹੁਤਾ ਸਮਾਂ ਆਪਣਾ ਉਹਨੇ ontario ਦੇ ਵਿੱਚ ਕੱਢਿਆ। ਉਹਦੇ ਜਿਹੜਾ ਉਹ ਇੱਥੇ ਪਰ ਇੰਨਾ ਸਮਾਂ ਕੈਨੇਡਾ ਦੇ ਵਿੱਚ ਕੱਢਣ ਦੇ ਬਾਵਜੂਦ, ਕੈਨੇਡੀਅਨ ਸਿਟੀਜ਼ਨਸ਼ਿਪ ਹੋਣ ਦੇ ਬਾਵਜੂਦ ਵੀ ਉਹਦੇ ਬੱਚੇ ਕੈਨੇਡੀਅਨ ਨਹੀਂ ਹੋ ਸਕਦੇ। ਜਿਹੜਾ ਇੱਕ ਲਾ ਆ, ਕਹਿੰਦੇ ਫੈਡਰਲ ਕੰਜ਼ਰਵੇਟਿਵ ਨੇ 2009 ਦੇ ਵਿੱਚ ਬਣਾਇਆ ਸੀ, ਜਿਹੜਾ ਕਾਨੂੰਨ ਇਹ ਕਹਿੰਦਾ ਕਿ ਉਹ ਵਿਅਕਤੀ ਜਿਹਦਾ ਜਨਮ ਕੈਨੇਡਾ ਤੋਂ ਬਾਹਰ ਹੋਇਆ ਪਰ ਉਹਦੇ ਕੋਲ ਕੈਨੇਡੀਅਨ ਸਿਟੀਜ਼ਨਸ਼ਿਪ ਹੈਗੀ ਆ, ਉਹਦੇ ਬੱਚਿਆਂ ਨੂੰ ਉਹ ਸਿਟੀਜ਼ਨ ਨਹੀਂ ਬਣਾ ਸਕਦਾ ਜੇ ਬੱਚਿਆਂ ਦਾ ਜਨਮ ਵੀ ਕੈਨੇਡਾ ਤੋਂ ਬਾਹਰ ਹੋਇਆ। ਹੁਣ ਚੈਂਡਲਰ ਦਾ ਜਨਮ ਲੀਬੀਆ ਦੇ ਵਿੱਚ ਹੋਇਆ ਕਿਉਂਕਿ ਇਹਦੇ ਮਾਪੇ ਕੈਨੇਡੀਅਨ ਸਿਟੀਜ਼ਨ ਸੀਗੇ ਤੇ ਉਹਨੂੰ ਸਿਟੀਜ਼ਨਸ਼ਿਪ ਮਿਲ ਗਈ ਕੁਦਰਤੀ ਤੌਰ ਦੇ ਉੱਤੇ। ਇਹਦੇ ਬੱਚਿਆਂ ਦਾ ਜਨਮ ਵੀ ਕੈਨੇਡਾ ਤੋਂ ਬਾਹਰ ਚੀਨ ਦੇ ਵਿੱਚ ਹੋਇਆ। ਹੁਣ ਕਾਨੂੰਨ ਇਹ ਕਹਿ ਰਿਹਾ, ਜਿਹੜਾ 2009 ਦੇ ਵਿੱਚ ਬਣਿਆ, ਕਿ ਇਹਦੇ ਬੱਚਿਆਂ ਨੂੰ ਸਿਟੀਜ਼ਨਸ਼ਿਪ ਨਹੀਂ ਦਿੱਤੀ ਜਾ ਸਕਦੀ। ਸੋ ਇਹ ਜਿਹੜਾ ਰੂਲ ਆ, ਇਹ ਕਹਿੰਦੇ ਇਹਨੇ ਦੋ ਮਤਲਬ ਕਿਸਮਾਂ ਬਣਾ ਕੇ ਰੱਖ ਦਿੱਤੀਆਂ ਸਿਟੀਜ਼ਨਸ ਦੀਆਂ, ਕਿ ਇੱਕ ਕਿਸਮ ਉਹ ਆ ਜਿਹੜੇ ਆਪਣੀ ਸਿਟੀਜ਼ਨਸ਼ਿਪ ਬੱਚਿਆਂ ਨੂੰ ਦੇ ਸਕਦੇ ਆ ਤੇ ਦੂਜੇ ਜਿਹੜੇ ਆ ਉਹ ਨਹੀਂ ਦੇ ਸਕਦੇ। ਇਹਦੇ ਪਿੱਛੇ ਕਾਰਨ ਕੀ ਸੀ? ਜਦੋਂ ਇਹ ਉਹਨਾਂ ਨੂੰ ਪੁੱਛਿਆ, ਜਿਹੜਾ ਗੱਲਬਾਤ ਆ ਕਿ ਕਾਨੂੰਨ ਇੱਦਾਂ ਕਿਉਂ ਬਣਾਇਆ, 2009 ਦੇ ਵਿੱਚ ਇਹ ਕਹਿੰਦੇ ਇਸ ਕਰਕੇ ਬਣਾਇਆ ਸੀ ਕਿ ਜਿਹੜਾ ਬਿਨਾਂ ਉਹ ਵਿਅਕਤੀ ਆਪਣੀ ਸਿਟੀਜ਼ਨਸ਼ਿਪ ਅੱਗੇ ਬੱਚਿਆਂ ਨੂੰ ਪਾਸ ਨਾ ਕਰੀ ਜਾਣ ਜਿਨ੍ਹਾਂ ਦਾ ਕੈਨੇਡਾ ਦੇ ਨਾਲ ਕੋਈ ਲੈਜੀਟੀਮੇਟ ਕਨੈਕਸ਼ਨ ਹੀ ਹੈ ਨਹੀਂ। ਭਾਵ ਕਿ ਜੇ ਤੁਸੀਂ ਕੈਨੇਡੀਅਨ ਸਿਟੀਜ਼ਨ ਆ ਤਾਂ ਤੁਹਾਡਾ ਜਨਮ ਕੈਨੇਡਾ ਤੋਂ ਬਾਹਰ ਹੋ ਗਿਆ, ਕੋਈ ਇਤਰਾਜ਼ ਨਹੀਂ, ਤੁਹਾਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਮਿਲ ਜਾਊਗੀ। ਪਰ ਜੇਕਰ ਤੁਹਾਡੇ ਬੱਚਿਆਂ ਦਾ ਜਨਮ ਵੀ ਕੈਨੇਡਾ ਤੋਂ ਬਾਹਰ ਹੁੰਦਾ ਤਾਂ ਫਿਰ ਉਹਨਾਂ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਨਹੀਂ ਦਿੱਤੀ ਜਾਊਗੀ। ਇਹ ਮਾਮਲਾ ਬੜਾ ਸਿੱਧਾ ਆ। ਹੁਣ ਇਸ ਕਾਨੂੰਨ ਨੂੰ ਚੈਲੰਜ ਕੀਤਾ ਜਾ ਰਿਹਾ ਕਿ ਇੱਦਾਂ ਨਹੀਂ ਹੋਣਾ ਚਾਹੀਦਾ। ਜਿਹੜਾ ਇੱਕ ਵਰਗ ਆ ਲੋਕਾਂ ਦਾ, ਉਹ ਇਹ ਸੋਚਦਾ ਕਿ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਕੈਨੇਡਾ ਦੀ ਸਿਟੀਜ਼ਨਸ਼ਿਪ ਲਈ ਹੈ ਤਾਂ ਤੁਹਾਨੂੰ ਕੈਨੇਡਾ ਦੇ ਵਿੱਚ ਰਹਿਣਾ ਚਾਹੀਦਾ, ਤੁਹਾਨੂੰ ਕੈਨੇਡਾ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਇਹ ਨਹੀਂ ਕਿ ਤੁਸੀਂ ਸਿਟੀਜ਼ਨਸ਼ਿਪ ਕੈਨੇਡਾ ਦੀ ਰੱਖੋ, ਤੁਹਾਡਾ ਵੀ ਜਨਮ ਬਾਹਰ ਹੋਇਆ ਸੀ, ਤੁਹਾਡੇ ਬੱਚਿਆਂ ਦਾ ਜਨਮ ਵੀ ਬਾਹਰ ਹੋਵੇ ਤੇ ਸਿਟੀਜ਼ਨਸ਼ਿਪ ਜਿਹੜੀ ਆ ਉਸੇ ਤਰ੍ਹਾਂ ਪਾਸ ਔਨ ਹੋਈ ਜਾਵੇ। ਸੋ ਇੱਕ ਬੜੀ ਕੰਟਰੋਵਰਸੀ ਇਸ ਮੁੱਦੇ ਦੇ ਉੱਤੇ ਜਿਹੜੀ ਇਸ ਵੇਲੇ ਚੱਲ ਰਹੀ ਆ। ਹੁਣ ਇਸ ਮਾਮਲੇ ਦੇ ਵਿੱਚ ਚੈਂਡਲਰ ਦਾ ਜਨਮ ਲੀਬੀਆ ਦੇ ਵਿੱਚ ਹੋਇਆ, ਪਰ ਬਾਅਦ ਦੇ ਵਿੱਚ ਉਹ ਕੈਨੇਡਾ ਆ ਗਿਆ, ontario ਦੇ ਵਿੱਚ ਉਹ ਪੜ੍ਹਿਆ, ਇੱਥੇ ਵੱਡਾ ਹੋਇਆ, ਉਹਨੇ ਸਾਰੀ ਆਪਣੀ ਫੁੱਲ ਟਾਈਮ ਜੌਬ ਕੀਤੀ ਹੈ ਇੱਥੇ, ਤੇ ਹੁਣ ਉਹ ਕਹਿੰਦਾ ਵੀ ਮੈਂ ਸੈਕੰਡ ਕਲਾਸ ਸਿਟੀਜ਼ਨ ਬਣ ਗਿਆ। ਮੈਨੂੰ ਮਤਲਬ ਇਹ ਡੀਵੈਲਿਊ ਕਰ ਦਿੱਤੀ ਸਿਟੀਜ਼ਨਸ਼ਿਪ ਦੀ, ਕਿ ਮੈਨੂੰ ਦੱਸਿਆ ਜਾ ਰਿਹਾ ਕਿ ਇੱਥੇ ਦੋ ਕੈਟਾਗਰੀਜ਼ ਆ, ਇੱਕ ਕੈਟਾਗਰੀ ਜਿਹੜੇ ਆਪਣੇ ਬੱਚਿਆਂ ਨੂੰ ਸਿਟੀਜ਼ਨ ਬਣਾ ਸਕਦੇ ਆ ਤੇ ਇੱਕ ਨਹੀਂ। ਤੇ ਉਹ ਕਹਿੰਦਾ ਮੈਂ ਉਹਨਾਂ ਲੋਕਾਂ ਦੇ ਵਿੱਚ ਆ ਰਿਹਾ ਜਿਹੜੇ ਆਪਣੇ ਬੱਚਿਆਂ ਨੂੰ ਸਿਟੀਜ਼ਨਸ਼ਿਪ ਨਹੀਂ ਦੇ ਸਕਦੇ। ਹੁਣ ਇਹ ਸਾਰੇ ਕੁਛ ਦੇ ਵਿੱਚ ਜਿਹੜੇ ਬਹੁਤ ਸਾਰੇ ਹੋਰ ਕੈਨੇਡੀਅਨ ਫੈਮਲੀਜ਼ ਨੇ ਜਿਨ੍ਹਾਂ ਨੇ ਜਿਹੜਾ ਇਹ ਚਾਰਟਰ ਚੈਲੰਜ ਲਾਂਚ ਕੀਤਾ ਆ, ਕਿ ਉਹ ਇਹਨੂੰ ਕਹਿ ਰਹੇ ਆ ਕਿ ਫੈਡਰਲ ਲੈਵਲ ਸਰਕਾਰ ਨੂੰ ਕਿ ਇਹ ਨਿਯਮ ਨੂੰ ਬਦਲ ਦਿਓ, ਕਿ ਇਹ ਡਿਸਕ੍ਰਿਮੀਨੇਟਰੀ ਆ, ਕਿ ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਇਹਦੇ ਨਾਲ ਵਿਤਕਰਾ ਹੋ ਰਿਹਾ ਸਿੱਧਾ ਸਿੱਧਾ। ਜਿਹੜੇ ਕੁਛ ਕੌਂਸਟੀਟਿਊਸ਼ਨਲ ਲਾਇਰ ਨੇ ਉਹ ਇਸ ਗੱਲਬਾਤ ਨੂੰ ਦੱਸ ਰਹੇ ਆ, ਦੱਸਦੇ ਆ ਕਿ ਇਸ ਵੇਲੇ 1,73,000 ਕੈਨੇਡੀਅਨ ਸਿਟੀਜ਼ਨਸ ਆ ਜਿਹੜੇ ਕੈਨੇਡਾ ਦੇ ਵਿੱਚ ਰਹਿ ਰਹੇ ਆ, ਪਰ ਉਹਨਾਂ ਦਾ ਜਨਮ ਬਾਹਰ ਹੋਇਆ ਸੀ ਕੈਨੇਡਾ ਤੋਂ। 1,73,000 ਜਿਹੜੇ ਉਹ ਕੈਨੇਡਾ ਦੇ ਵਿੱਚ ਰਹਿ ਰਹੇ ਆ, ਪਰ ਉਹਨਾਂ ਦਾ ਜਨਮ ਜਿਹੜਾ ਆ ਉਹ ਕੈਨੇਡਾ ਤੋਂ ਬਾਹਰ ਹੋਇਆ ਸੀ। ਸੋ ਇਹ ਸਾਰੇ ਹੈਗੇ ਆ, ਉਹ ਕਹਿੰਦੇ ਇਹਨਾਂ ਦੇ ਕੋਲੇ ਵੀ ਇਹ ਅਧਿਕਾਰ ਹੋਣਾ ਚਾਹੀਦਾ ਕਿ ਆਪਣੇ ਪਰਿਵਾਰਾਂ ਨੂੰ ਕੈਨੇਡਾ ਤੋਂ ਬਾਹਰ ਸ਼ੁਰੂ ਕਰ ਸਕਣ, ਉੱਥੇ ਜਾ ਕੇ ਆਪਣੇ ਪਰਿਵਾਰ ਜਿਹੜੇ ਆ ਜੀਵਨ ਉਹਨਾਂ ਨਾਲ ਸ਼ੁਰੂ ਕਰ ਸਕਣ ਤੇ ਉਹਨਾਂ ਨੂੰ ਵਾਪਸ ਕੈਨੇਡਾ ਦੀ ਸਿਟੀਜ਼ਨਸ਼ਿਪ ਦਿੱਤੀ ਜਾ ਸਕੇ। ਸੋ ਬਹੁਤ ਜਿਹੜੇ ਹੈਗੇ ਆ ਤਰੀਕੇ ਹੈਗੇ ਆ ਸਰਕਾਰ ਦੇ ਕੋਲ ਇਹ ਸਾਰੇ ਕੁਝ ਨੂੰ ਐਡਰੈਸ ਕਰਨ ਦੇ ਲਈ। ਹੁਣ ਇਹ ਸਮੱਸਿਆ ਕਿਉਂਕਿ ਬਹੁਤ ਕਾਫੀ ਵੱਧ ਗਈ ਹੈ, 1,73,000 ਦੀ ਗਿਣਤੀ ਵੀ ਬਹੁਤ ਹੁੰਦੀ ਆ। ਤੇ ਚੈਂਡਲਰ ਜਿਹੜਾ ਕਿ 2017 ਦੇ ਵਿੱਚ ਇੱਥੇ ਵਾਪਸ ਆ ਗਿਆ ਸੀ, ਬਾਅਦ ਦੇ ਵਿੱਚ ਉਹਦੀ ਵਾਈਫ, ਉਹਦੇ ਕਿਡਸ ਵੀ ਜਿਹੜੇ ਪਿੱਛੇ ਚੀਨ ਦੇ ਵਿੱਚ ਰਹਿ ਗਏ ਸੀ, ਉਹ ਰੀਯੂਨਾਈਟ ਹੋਏ। ਬਾਅਦ ਦੇ ਵਿੱਚ 1 ਸਾਲ ਜਦੋਂ ਸਪਾਂਸਰਸ਼ਿਪ ਪ੍ਰੋਸੈਸ ਦੇ ਰਾਹੀਂ ਉਹਨਾਂ ਦੀ ਅਪਰੂਵਲ ਮਿਲ ਗਈ, ਉਹ ਇੱਥੇ ਆ ਗਏ ਐਜ਼ ਇਮੀਗ੍ਰੈਂਟ। ਤੇ ਹੁਣ ਮਾਮਲਾ ਉਹਨਾਂ ਦੀ ਸਿਟੀਜ਼ਨਸ਼ਿਪ ਨੂੰ ਲੈ ਕੇ ਆ, ਸਿਟੀਜ਼ਨਸ਼ਿਪ ਉਹਨਾਂ ਨੂੰ ਨਹੀਂ ਦਿੱਤੀ ਜਾਂਦੀ। ਕੀ ਇਹ ਕਾਨੂੰਨ ਐਸੇ ਤਰ੍ਹਾਂ ਰਹਿੰਦਾ ਹੈ ਜਾਂ ਲਿਬਰਲ ਸਰਕਾਰ ਇਸ ਕਾਨੂੰਨ ਦੇ ਵਿੱਚ ਕੋਈ ਤਬਦੀਲੀ ਕਰਦੀ ਆ? ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ। ਪਰ ਫਿਲਹਾਲ ਇਸ ਵੇਲੇ ਚੈਂਡਲਰ ਵਰਗੇ ਬਹੁਤ ਸਾਰੇ ਲੋਕ ਜਿਹੜੇ ਇਸ ਸਮੱਸਿਆ ਦੇ ਵਿੱਚ ਘਿਰੇ ਹੋਏ ਨੇ। ontario ਦੇ ਵਿੱਚ ਲਾਇਸੈਂਸ ਪਲੇਟ ਜਿਹੜੀ ਰੀਨਲ ਫੀ ਆ ਉਹ ਹੁਣ ਬੰਦ ਕਰ ਦਿੱਤੀ ਗਈ ਆ, ਨਹੀਂ ਲੱਗਦੀ। ਮਾਰਚ 13 ਤੋਂ ਲੈ ਕੇ ਸਰਕਾਰ ਹੁਣ ਇਹ ਕਰ ਰਹੀ ਆ ਕਿ ਜਿਨ੍ਹਾਂ ਨੇ ਪਹਿਲਾਂ ਦੇ ਦਿੱਤੀ ਆ ਉਹਨਾਂ ਨੂੰ ਉਹ ਪੈਸੇ ਵਾਪਸ ਭੇਜੇ ਜਾਣ। ਮਾਰਚ 13 ਤੋਂ ontario ਸਰਕਾਰ ਨੇ ਇਸ ਲਾਇਸੈਂਸ ਪਲੇਟ ਰੀਨਲ ਫੀ ਬੰਦ ਕਰ ਦਿੱਤੀ ਆ। ਜਿਹੜੇ ਸਟਿੱਕਰ ਸੀਗੇ ਪੈਸੇਂਜਰ ਵਹੀਕਲਸ ਲਈ, ਲਾਈਟ ਡਿਊਟੀ ਟਰੱਕਸ ਲਈ
ਮੋਟਰਸਾਈਕਲ ਲਈ ਤੇ ਮੋਪਡਸ ਲਈ। ਤੇ ਬਹੁਤ ਸਾਰੇ ਜਿਹੜੇ ontario ਦੇ ਡਰਾਈਵਰ ਨੇ ਉਹ ਲਗਭਗ $120 ਸਾਲ ਦੇ ਬਚਾ ਲੈਣਗੇ। ਬਹੁਤ ਸਾਰੇ ਲੋਕ ਜਿਨ੍ਹਾਂ ਨੇ ਇਹ ਫੀਸ ਦਿੱਤੀ ਸੀ ਆਪਣੀ ਲਾਇਸੈਂਸ ਪਲੇਟ ਦੇ ਲਈ 1 ਮਾਰਚ 2020 ਤੋਂ ਲੈ ਕੇ 12 ਮਾਰਚ 2022 ਤੱਕ ਉਹਨਾਂ ਨੂੰ ਹੁਣ ਇਹਦਾ ਰਿਫੰਡ ਮਿਲ ਜੂਗਾ। ਉਹ ਕਿੱਦਾਂ ਮਿਲਣਾ ਆ ਉਹਦੇ ਬਾਰੇ ਜਾਣਕਾਰੀ ਬਹੁਤ ਜ਼ਰੂਰੀ ਆ। ontario ਸਰਕਾਰ ਕਹਿ ਰਹੀ ਆ ਕਿ ਇਹ ਜਿਹੜਾ ਰਿਫੰਡ ਆ ਇਹ ਚੈੱਕ ਦੇ ਰਾਹੀਂ ਤੁਹਾਡੀ ਮੇਲ ਦੇ ਵਿੱਚ ਆਊਗਾ। ਇੱਕ ਨਹੀਂ ਕਈ ਚੈੱਕ ਹੋ ਸਕਦੇ ਆ। ਸਰਕਾਰ ਇਹ ਦੱਸ ਰਹੀ ਆ ਕਿ ਲੋਕਾਂ ਨੂੰ ਇਹ ਆਸ ਕਰਨੀ ਚਾਹੀਦੀ ਆ ਵੀ ਇਹ ਚੈੱਕ ਤੁਹਾਨੂੰ ਇਸ ਮਾਰਚ ਮਹੀਨੇ ਦੇ ਆਖਰ ਵਿੱਚ ਤੇ ਫਿਰ ਸਾਰਾ ਮਹੀਨਾ ਅਪ੍ਰੈਲ ਇਹਦੇ ਵਿੱਚ ਕਿਸੇ ਵੇਲੇ ਵੀ ਆ ਸਕਦੇ ਆ। ਇਹ ਰਿਫੰਡ ਲੈਣ ਦੇ ਲਈ ਜਿਹੜੇ ਮੋਟਰਿਸਟ ਨੇ ਉਹਨਾਂ ਕੋਲੇ ਐਡਰੈਸ ਅਪਡੇਟਡ ਜ਼ਰੂਰ ਹੋਣਾ ਚਾਹੀਦਾ। ਤੁਹਾਡਾ ਐਡਰੈਸ ਉੱਥੇ ਜਾ ਕੇ ਤੁਸੀਂ ਅਪਡੇਟ ਜ਼ਰੂਰ ਕਰੋ ਜੇ ਅਪਡੇਟਡ ਨਹੀਂ ਆ, ਜਾਂ ਤੁਸੀਂ ਐਡਰੈਸ ਚੇਂਜ ਕਰ ਲਿਆ, ਕਿਉਂਕਿ ਚੈੱਕ ਉਸੇ ਐਡਰੈਸ 'ਤੇ ਆ ਜਾਣਾ ਜਿਹੜਾ ਐਡਰੈਸ ਉਹਨਾਂ ਕੋਲੇ ਉੱਥੇ ਹੈਗਾ ਆ। ਦੂਜਾ, ਜੇ ਤੁਹਾਡੀਆਂ ਕੋਈ ਫਾਈਨਸ ਪਏ ਆ, ਕੋਈ ਟੋਲ ਦੇ ਪਏ ਆ ਜਿਹੜੇ ਦੇਣ ਵਾਲੇ, ਤਾਂ ਉਹਨਾਂ ਨੂੰ 7 ਮਾਰਚ ਤੋਂ ਜਿਹੜੀਆਂ ਪਹਿਲਾਂ 7 ਮਾਰਚ ਤੋਂ ਪਹਿਲਾਂ ਦੇ ਪਏ ਆ ਉਹਨਾਂ ਨੂੰ ਦੇ ਦਿਓ ਜਿੰਨੀ ਜਲਦੀ ਹੋ ਸਕਦਾ। ਜੇ ਤੁਹਾਡਾ ਕੋਈ ਡਿਫਾਲਟ ਫਾਈਨਸ ਪਏ ਆ ਜਾਂ ਤੁਹਾਡੇ ਕੋਈ ਤੁਸੀਂ ਟੋਲ ਦੇ ਨਹੀਂ ਦਿੱਤੇ ਪੇ ਕੀਤਾ ਆ, ਉਹਦੇ ਕਰਕੇ ਤੁਹਾਡੇ ਚੈੱਕ ਨਹੀਂ ਆਉਣਗੇ ਜਾਂ ਲੇਟ ਆਉਣਗੇ। ਸੋ ਜੇ ਇਹ ਨਹੀਂ ਹੁੰਦਾ ਤਾਂ ਕਹਿੰਦੇ ਤੁਹਾਡਾ ਰਿਫੰਡ ਚੈੱਕਸ ਹੈਗੇ ਆ ਉਹ ਅਗਲੀ ਸਮਰ ਤੱਕ ਜਾਂ ਫਾਲ ਤੱਕ ਨਹੀਂ ਆ ਸਕਦੇ। ਇੱਥੇ ਇੱਕ ਮਹੱਤਵਪੂਰਨ ਸੂਚਨਾ ਹੋਰ ਵੀ ਜਿਹੜੀ ਪੁਲਿਸ ਦੇ ਰਹੀ ਆ ਰੈਜ਼ੀਡੈਂਟਸ ਨੂੰ ਕਿ ਸਰਵਿਸ ontario ਕੋਈ ਵੀ ਰਿਫੰਡ ਦੇ ਲਈ ਤੁਹਾਨੂੰ ਟੈਕਸਟ ਮੈਸੇਜ ਨਹੀਂ ਭੇਜਦੀ। ਪਿਛਲੇ ਦਿਨਾਂ ਦੇ ਵਿੱਚ ਕੁਝ ਖਬਰਾਂ ਇੱਦਾਂ ਦੀਆਂ ਆਈਆਂ ਸੀ ਕਿ ਲੋਕਾਂ ਨੂੰ ਟੈਕਸਟ ਮੈਸੇਜ ਆ ਰਿਹਾ ਕਿ ਤੁਹਾਡੇ ਜਿਹੜੇ ਸਰਵਿਸ ontario ਆ ਉਹ ਤੁਹਾਨੂੰ ਜਿਹੜੇ ਲਾਇਸੈਂਸ ਪਲੇਟ ਰੀਨਿਊਅਲ ਫੀ ਆ ਉਹਦੇ $120 ਵਾਪਸ ਦੇ ਰਹੀ ਆ, ਤੇ ਆ ਫਲਾਣੇ ਲਿੰਕ ਦੇ ਉੱਤੇ ਕਲਿੱਕ ਕਰੋ ਤੇ ਤੁਹਾਨੂੰ ਪੈਸੇ ਜਿਹੜੇ ਆ ਉਹ ਵਾਪਸ ਆ ਜਾਣਗੇ। ਪਰ ਕਹਿੰਦੇ ਕੋਈ ਵੀ ਇੱਦਾਂ ਦੀ ਗੱਲਬਾਤ ਨਹੀਂ ਹੈ, ਅਸੀਂ ਕੋਈ ਵੀ ਟੈਕਸਟ ਮੈਸੇਜ ਨਹੀਂ ਭੇਜ ਰਹੇ। ਬੜੇ ਸਿੱਧੇ ਮਾਮਲੇ ਦੇ ਵਿੱਚ ਤੁਹਾਡੇ ਮੇਲ ਦੇ ਵਿੱਚ ਚੈੱਕ ਆ ਜਾਣਗੇ ਤੇ ਉਹਨੂੰ ਤੁਸੀਂ ਕੈਸ਼ ਕਰਵਾ ਸਕਦੇ ਆ। ਸੋ ਕੋਈ ਵੀ ਟੈਕਸਟ ਜਿਹੜਾ ਤੁਹਾਡੇ ਕੋਲ ਆ ਰਿਹਾ ਆ ਇਹ ਗਲਤ ਆ, ਇਹਦੇ ਉੱਤੇ ਕੋਈ ਵੀ ਕਲਿੱਕ ਜਿਹੜਾ ਆ ਉਹ ਨਾ ਕਰੋ। ਜਿਹੜੇ ਕਿੰਨੀ ਮਨੀ ਤੁਹਾਨੂੰ ਵਾਪਸ ਆਉਣੀ ਆ ਇਹ ਡਿਪੈਂਡ ਕਰਦਾ ਆ ਤੁਹਾਡਾ ਕਿ ਤੁਸੀਂ ਲਾਸਟ ਰਿਨਿਊ ਕਦੋਂ ਕਰਾਇਆ ਸੀ ਤੇ ਕਿੰਨਾ ਤੁਸੀਂ ਪੇ ਕੀਤਾ। ਸਰਕਾਰ ਇਹ ਕਹਿ ਰਹੀ ਹੈ ਲਾਇਸੈਂਸ ਪਲੇਟ ਸਟਿੱਕਰ ਜਿਹੜੇ ਨਰਦਰਨ ontario ਦੇ ਵਿੱਚ ਆ ਉਹ 1 ਸਾਲ ਦੇ ਲਈ $60 ਲੱਗਦੇ ਆ, ਜਿਹੜੀ ਸਦਰਨ ontario ਆ ਉੱਥੇ ਦੇ $120 ਲੱਗਦੇ ਆ। ਹੈਵੀ ਵਹੀਕਲਸ ਜਾਂ ਮੋਟਰਾਈਜ਼ਡ ਸਨੋ ਵਹੀਕਲਸ ਆ ਉਹ ਇਹਦੇ ਲਈ ਐਲੀਜੀਬਲ ਨਹੀਂ ਆ। ontario ਜਿਹੜੇ ਉਹ ਇਹਦਾ ਰਿਫੰਡ ਜਿਹੜਾ ਸਨੋ ਵਹੀਕਲ ਆ ਉਹਦੀ ਵੈਲੀਡੇਸ਼ਨ ਸਟਿੱਕਰ ਦਾ ਤਾਂ ਹੀ ਰਿਫੰਡ ਲੈ ਸਕਦੇ ਆ ਜੇ ਉਹਨਾਂ ਨੇ ਉਹ ਸਟਿੱਕਰ ਨੂੰ ਕਦੇ ਯੂਜ਼ ਨਹੀਂ ਕੀਤਾ। ਇਹ ਜਿਹੜੇ ਰਿਫੰਡਸ ਹੈਗੇ ਆ ਇਹ ਵੀ ਚੈੱਕ ਦੇ ਵਿੱਚ ਇਸ਼ੂ ਕੀਤੇ ਜਾਣਗੇ 4 ਤੋਂ 6 ਹਫ਼ਤਿਆਂ ਦੇ ਵਿੱਚ। ਤੇ ਜੇ ਤੁਸੀਂ ਇਹ ਰਿਫੰਡ ਲੈਣਾ ਆ ਤੁਹਾਨੂੰ ਸਰਵਿਸ ontario ਸੈਂਟਰ ਦੇ ਵਿੱਚ ਜਾਣਾ ਪਊਗਾ ਤੇ ਤੁਹਾਡਾ ਸਨੋ ਵਹੀਕਲ ਦੀ ਵੈਲੀਡੇਸ਼ਨ ਦੇ ਨਾਲ ਤੇ ਓਰੀਜਨਲ ਵਹੀਕਲ ਪਰਮਿਟ ਦੇ ਨਾਲ ਜਿਹੜਾ ਗ੍ਰੀਨ ਪਰਮਿਟ ਆ ਉਹ ਲੈ ਕੇ ਉੱਥੇ ਜਾਓਗੇ ਤਾਂ ਇਹਦਾ ਵਾਪਸ ਹੋਊਗਾ। ਬਾਕੀ ਜਿਹੜੇ ਵਹੀਕਲ ਆ ਉਹਨਾਂ ਦੇ ਆਪਣੇ ਆਪ ਚੈੱਕ ਤੁਹਾਡੇ ਘਰਾਂ ਦੇ ਵਿੱਚ ਆ ਜਾਣਗੇ। ਜਿਹੜੇ ਰੀਨਿਊਅਲ ਫੀ ਰਿਮੂਵ ਕਰਨ ਲਾਇਸੈਂਸ ਸਟਿੱਕਰ ਫੀਸ ਦੀ ontario ਨੂੰ ਘੱਟੋ ਘੱਟ ਦੱਸਦੇ ਆ ਕਿ $1 ਬਿਲੀਅਨ ਸਾਲ ਦਾ ਇਹਦੇ ਉੱਤੇ ਵਾਧੂ ਬੋਝ ਪੈਣਾ ਸਰਕਾਰ ਦੇ ਉੱਤੇ ਸਿਰਫ ਇਹ ਫੀਸ ਨੂੰ ਸਕ੍ਰੈਪ ਕਰਨ ਦੇ ਨਾਲ। ਸੋ ਸਰਕਾਰ ਨੇ ਬੜਾ ਸਪਸ਼ਟ ਕਰ ਦਿੱਤਾ ਕਿ ਤੁਹਾਡੇ ਕੋਲ ਚੈੱਕ ਦੇ ਰਾਹੀਂ ਮੇਲ ਦੇ ਵਿੱਚ ਆਪਣੇ ਆਪ ਅਮਾਊਂਟ ਆ ਜਾਏਗੀ। ਕੋਈ ਵੀ ਤੁਹਾਨੂੰ ਜੇ ਟੈਕਸਟ ਮੈਸੇਜ ਆਉਂਦਾ ਆ ਜਾਂ ਹੋਰ ਕਿਸਮ ਦਾ ਆ ਉਹ ਫਰੋਡ ਆ, ਉਹਦੇ 'ਤੇ ਯਕੀਨ ਨਾ ਕੀਤਾ ਜਾਵੇ। ਲੰਘੇ ਸ਼ਨੀਵਾਰ ontario ਤੋਂ ਬਹੁਤ ਮੰਦਭਾਗੀ ਖਬਰ ਆਈ ਹੈ। 5 ਪੰਜਾਬੀ ਨੌਜਵਾਨਾਂ ਦੀ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ, ਜਿਨ੍ਹਾਂ ਦੇ ਨਾਂ ਹਰਪ੍ਰੀਤ ਸਿੰਘ ਉਹਦੀ ਉਮਰ 24 ਸਾਲ, ਜਸਪਿੰਦਰ ਸਿੰਘ ਦੀ ਉਮਰ 21 ਸਾਲ, ਕਰਨਪਾਲ ਸਿੰਘ ਦੀ ਉਮਰ 22 ਸਾਲ ਤੇ ਮੋਹਤ ਚੌਹਾਨ ਦੀ ਉਮਰ 23 ਸਾਲ ਤੇ ਪਵਨ ਕੁਮਾਰ ਦੀ ਉਮਰ 23 ਸਾਲ ਦੱਸੀ ਜਾ ਰਹੀ ਹੈ। ਇਹ ਪੰਜੋਂ ਹੀ ਮੌਂਟਰੀਅਲ ਤੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਪੜ੍ਹਦੇ ਸੀ, ਅੰਤਰਰਾਸ਼ਟਰੀ ਵਿਦਿਆਰਥੀ ਸੀ। 2 ਜਣੇ ਜ਼ਖਮੀ ਹੋਏ ਆ ਟਰੈਕਟਰ ਟ੍ਰੇਲਰ ਦੇ ਨਾਲ। ਦੱਸਦੇ ਆ ਕਿ ਇਹਨਾਂ ਦਾ ਐਕਸੀਡੈਂਟ ਹੋਇਆ। ਇਸ ਖਬਰ ਨੇ ਨਾ ਸਿਰਫ ਪੰਜਾਬੀ ਭਾਈਚਾਰੇ ਨੂੰ ਸਗੋਂ ਸਮੂਹ ਕੈਨੇਡਾ ਵਾਸੀਆਂ ਨੂੰ ਹਿਲਾ ਕੇ ਰੱਖ ਦਿੱਤਾ ਜਦੋਂ ਇਹ ਰਾਤ ਨੂੰ ਉੱਥੇ ਤੜਕੇ ਜਿਹੜਾ ਐਕਸੀਡੈਂਟ ਹੋਇਆ ਆ ਟਰੈਕਟਰ ਟ੍ਰੇਲਰ ਤੇ ਪੈਸੰਜਰ ਵੈਨ ਦੇ ਵਿਚਕਾਰ ਬੈਲਵਿਲ ontario ਦੇ ਵਿੱਚ 3:45 ਵਜੇ ਦੇ ਕਰੀਬ ਸ਼ਨੀਵਾਰ ਨੂੰ ontario ਪ੍ਰੋਵਿੰਸ਼ੀਅਲ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਆ। ਜਿਹੜੀ ਵੈਸਟਬਾਊਂਡ ਲੇਨ ਹਾਈਵੇ 401 ਦੀ ਆ ਉਹਦੇ ਉੱਤੇ ਕਨਫਰਮ ਕੀਤਾ ਕਿ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਇਹਦਾ ਕਾਰਨ ਕੀ ਸੀ। ਕਾਫੀ ਦੇਰ ਜਿਹੜਾ ਇਹ ਬੰਦ ਰਿਹਾ ਹਾਈਵੇ 10 ਘੰਟੇ ਦੇ ਲਈ ਤੇ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਇਸ ਵੇਲੇ ਦੇਖਿਆ ਜਾ ਰਿਹਾ ਕਿ ਇਹਦਾ ਕਾਰਨ ਕੀ ਸੀ, ਕਿਉਂ ਇਹ ਐਕਸੀਡੈਂਟ ਹੋਇਆ ਆ। ਤੇ ਇਹ ਕੋਈ ਉਹਦੇ ਵੈਦਰ ਕੰਡੀਸ਼ਨ ਦੇ ਉੱਤੇ, ਰੋਡ ਕੰਡੀਸ਼ਨ ਦੇ ਉੱਤੇ ਪੁਲਿਸ ਨੂੰ ਜਦੋਂ ਪੁੱਛਿਆ ਗਿਆ ਕਿ ਇਹ ਕੋਈ ਕਾਰਨ ਤਾਂ ਨਹੀਂ ਸੀ, ਇਹਦੇ ਉੱਤੇ ਉਹਨਾਂ ਨੇ ਕਮੈਂਟ ਨਹੀਂ ਕੀਤਾ।
ਜਿਹੜਾ ਪਰ এনवायरमेंट ਕੈਨੇਡਾ ਦਾ ਜਦੋਂ ਤੁਸੀਂ ਡਾਟਾ ਦੇਖਦੇ ਆ ਤਾਂ ਦੱਸਦੇ ਆ ਕਿ ਉੱਥੇ ਹਲਕੀ ਹਲਕੀ ਸਨੋ ਉਸ ਏਰੀਏ ਦੇ ਵਿੱਚ ਪੈ ਰਹੀ ਸੀ ਜਦੋਂ ਇਹ ਕ੍ਰੈਸ਼ ਹੁੰਦਾ ਹੈ। ਪੰਜੋਂ ਦੇ 5 ਸਟੂਡੈਂਟ ਇੰਡੀਆ ਤੋਂ ਇੱਥੇ ਪੜ੍ਹਨ ਆਏ ਸੀਗੇ ਅਤੇ ਇਹ ਇੱਕ ਬਹੁਤ ਵੱਡਾ ਦੁੱਖ, ਬਹੁਤ ਵੱਡਾ ਸੋਗ ਸਾਰੇ ਪੰਜਾਬੀ ਭਾਈਚਾਰੇ ਦੇ ਵਿੱਚ ਫੈਲਿਆ। 5 ਨੌਜਵਾਨ ਮੁੰਡੇ ਜਿਨ੍ਹਾਂ ਦੀ ਉਮਰ 21 ਸਾਲ, 22 ਸਾਲ, 23 ਸਾਲ ਅਤੇ 24 ਸਾਲ ਸੀਗੀ, ਉਹਨਾਂ ਦੀ ਜਾਨ ਚਲੀ ਗਈ ਹੈ। ਉੱਥੋਂ ਪੜ੍ਹਨ ਆਏ, ਬਹੁਤ ਸਾਰੀਆਂ ਤੰਗੀਆਂ ਤੁਰਸ਼ੀਆਂ ਝੱਲ ਕੇ ਇੱਥੇ ਇੱਕ ਬਹੁਤ ਬਿਹਤਰ ਜ਼ਿੰਦਗੀ ਦਾ ਸੁਪਨਾ ਲੈ ਕੇ ਲੋਕ ਆਉਂਦੇ ਆ, ਪਰ ਕਈ ਵਾਰੀ ਕੁਦਰਤ ਨੂੰ ਕੁਛ ਹੋਰ ਮਨਜ਼ੂਰ ਹੁੰਦਾ। ਇਹ ਇੱਕ ਬਹੁਤ ਦੁਖਦਾਈ ਜਿਹੜੀ ਘਟਨਾ ਆ ਵਾਪਰੀ ਆ ਅਤੇ ਇਹਦੀ ਇਨਵੈਸਟੀਗੇਸ਼ਨ ਹੋ ਰਹੀ ਆ ਕਿ ਅਸਲ ਦੇ ਵਿੱਚ ਇਹਦੇ ਪਿੱਛੇ ਕਾਰਨ ਕੀ ਸੀ, ਕਿਸ ਕਾਰਨ ਕਰਕੇ ਐਕਸੀਡੈਂਟ ਹੋਇਆ। ਅੱਜ ਕੱਲ੍ਹ ਫਲਾਈਟਾਂ ਦੇ ਕਿਰਾਇਆਂ ਬਾਰੇ ਚੱਲ ਰਹੀ ਆ ਕਿ ਏਅਰਲਾਈਨਸ ਨੇ ਆਪਣੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਰਾਏ ਵਧਾ ਦੇਣੇ ਆ, ਫਲਾਈਟਾਂ ਮਹਿੰਗੀਆਂ ਹੋ ਜਾਣੀਆਂ। ਕਾਰਨ ਇਹ ਦੱਸਿਆ ਜਾ ਰਿਹਾ ਕਿ ਫਿਊਲ ਪ੍ਰਾਈਸ ਲਗਾਤਾਰ ਵੱਧ ਰਹੇ ਆ ਪੂਰੇ ਦੇਸ਼ ਦੇ ਵਿੱਚ ਪਿਛਲੇ ਕੁਝ ਹਫ਼ਤਿਆਂ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹਦੇ ਘਟਣ ਦੀ ਆਸ ਨਹੀਂ ਹੈ। ਹੁਣ ਲਗਾਤਾਰ ਜਦੋਂ ਗੈਸ ਦੀਆਂ ਕੀਮਤਾਂ ਵੱਧ ਰਹੀਆਂ ਤਾਂ ਜਿਹੜੀਆਂ ਏਅਰਪਲੇਨ ਦੀਆਂ ਟਿਕਟਸ ਆ, ਇਹ ਕਹਿੰਦੇ ਇਹਦੇ ਵਿੱਚ ਕੋਈ ਦੋ ਰਾਵਾਂ ਹੈ ਹੀ ਨਹੀਂ ਕਿ ਇਹ ਨਹੀਂ ਵਧਣਗੀਆਂ। ਇਹਦੇ ਬਾਰੇ ਕਹਿੰਦੇ ਕੋਈ ਸਵਾਲ ਨਹੀਂ ਹੈ ਕਿ ਜਦੋਂ ਆਇਲ ਉੱਤੇ ਗਿਆ ਤਾਂ ਏਅਰਲਾਈਨ ਦੇ ਜਿਹੜੇ ਪ੍ਰਾਈਸਿਸ ਨੇ ਉਹ ਉੱਪਰ ਨਾ ਜਾਣ। ਇਹਦਾ ਸਿੱਧਾ ਸਿੱਧਾ ਅਸਰ ਪੈਣਾ ਆ। ਜਿਹੜੇ ਮਾਹਰ ਨੇ ਇਸ ਕੰਮ ਦੇ ਉਹ ਇਹ ਜਾਣਕਾਰੀ ਦੇ ਰਹੇ ਆ ਕਿ ਫਿਊਲ ਇੱਕ ਮੇਜਰ ਫੈਕਟਰ ਏਅਰਲਾਈਨ ਕਾਸਟ ਦੇ ਵਿੱਚ ਹੈਗਾ ਆ ਅਤੇ ਇਹ ਸਦਾ ਹੀ ਇਸੇ ਤਰ੍ਹਾਂ ਰਿਹਾ ਆ। ਇਸ ਵੇਲੇ ਜਦੋਂ ਕਿ ਅਜੇ ਇਹ ਪ੍ਰਾਈਸਿਸ ਨਹੀਂ ਵਧੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਜਾਣੇ ਆ। ਜੇ ਕੋਈ ਟਿਕਟ ਲੈਣਾ ਚਾਹੁੰਦਾ ਟਰੈਵਲ ਕਰਨ ਦੇ ਲਈ, ਉਹਨੂੰ ਹੁਣ ਤੋਂ ਲੈ ਕੇ ਰੱਖ ਸਕਦਾ, ਉਹਨੂੰ ਹੋਲਡ ਕਰ ਸਕਦਾ। ਜਿੰਨੀ ਜਲਦੀ ਟਿਕਟ ਤੁਸੀਂ ਬੁੱਕ ਕਰ ਲੈਂਦੇ ਆ ਓਨਾ ਹੀ ਜ਼ਿਆਦਾ ਵੈਸੇ ਵੀ ਚੰਗਾ ਹੁੰਦਾ, ਪਰ ਇਸ ਸਮੇਂ ਦੇ ਵਿੱਚ ਮਾਹਰ ਦੱਸ ਰਹੇ ਆ ਕਿ ਜੇ ਤੁਹਾਡਾ ਕੋਈ ਪਲਾਨ ਕਿਤੇ ਆਉਣ ਜਾਣ ਦਾ ਹੈਗਾ ਆ ਤਾਂ ਉਹ ਟਿਕਟ ਹੁਣੀ ਲੈ ਲਈ ਜਾਵੇ ਤਾਂ ਉਹਦੇ ਨਾਲ ਤੁਹਾਡਾ ਕਾਫੀ ਬਚਾਅ ਜਿਹੜਾ ਮਨੀ ਵਾਈਜ਼ ਹੋ ਸਕਦਾ ਹੈ। ਜਿਹੜੇ ਟਰਾਂਸਪੋਰਟੇਸ਼ਨ ਸਟੱਡੀਜ਼ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪ੍ਰੋਫੈਸਰਸ ਨੇ ਉਹ ਇਹ ਜਾਣਕਾਰੀ ਦੇ ਰਹੇ ਆ ਕਿ ਜਿਸ ਤਰ੍ਹਾਂ ਫਿਊਲ ਉੱਤੇ ਜਾ ਰਿਹਾ, ਜਿਹੜੀ ਏਅਰ ਫੇਅਰ ਆ ਉਹ ਇਨਕਰੀਜ਼ ਹੋਣਾ ਹੀ ਹੋਣਾ, ਫਲਾਈਟਾਂ ਮਹਿੰਗੀਆਂ ਹੋਣੀਆਂ ਹੀ ਹੋਣੀਆਂ, ਇਹਨੂੰ ਕੋਈ ਵੀ ਰੋਕ ਨਹੀਂ ਸਕਦਾ। ਅਤੇ ਇਸ ਸਮੇਂ ਦੇ ਵਿੱਚ ਜਿਹੜਾ ਫਿਊਲ ਉੱਤੇ ਜਾ ਰਿਹਾ, ਗੈਸ ਉੱਤੇ ਜਾ ਰਿਹਾ, ਇਹ ਵੀ ਕੋਈ ਟੈਂਪਰੇਰੀਲੀ ਨਹੀਂ ਜਾ ਰਿਹਾ ਕਿ ਵਕਤੀ ਤੌਰ ਦੇ ਉੱਤੇ ਆ ਵੀ ਅਗਲੇ ਹਫ਼ਤੇ ਨੂੰ ਇਹ ਠੀਕ ਠਾਕ ਹੋ ਜਾਊਗਾ। ਇਹਦੇ ਪਿੱਛੇ ਬਹੁਤ ਸਾਰੇ ਕਾਰਨ ਨੇ। ਸਪਲਾਈ ਦੀ ਸਮੱਸਿਆ ਆ, ਪੈਂਡੈਮਿਕ ਤੋਂ ਲੋਕ ਬਾਹਰ ਆਏ ਨੇ, ਯੂਕਰੇਨ ਰਸ਼ੀਆ ਕਨਫਲਿਕਟ ਆ, ਉਹਦਾ ਅਸਰ ਸਿੱਧਾ ਇਹਦੇ ਉੱਤੇ ਆ ਰਿਹਾ। ਔਰ ਇਹ ਵੀ ਦੱਸਿਆ ਜਾ ਰਿਹਾ ਕਿ ਤੁਹਾਨੂੰ ਟਿਕਟ ਬਾਏ ਕਰਨ ਵੇਲੇ ਬਹੁਤ ਸਾਰੀਆਂ ਗੱਲਾਂ ਦਾ ਜ਼ਿਆਦਾ ਖਿਆਲ ਰੱਖਣਾ ਪਊਗਾ ਪਹਿਲਾਂ ਨਾਲੋਂ। ਜੇਕਰ ਪਹਿਲਾਂ ਹੋਲਡ ਕਰ ਰਹੇ ਹੋ ਟਿਕਟ ਨੂੰ ਜਾਂ ਬੁੱਕ ਕਰਾ ਰਹੇ ਆ, ਤੁਹਾਨੂੰ ਉਹਨਾਂ ਦੀ ਰਿਫੰਡ ਪੋਲਿਸੀ ਵੀ ਦੇਖਣੀ ਪਊਗੀ ਕਿ ਰਿਫੰਡ ਪੋਲਿਸੀ ਕੀ ਆ। ਕੱਲ੍ਹ ਨੂੰ ਤੁਹਾਡਾ ਪਲਾਨ ਚੇਂਜ ਹੁੰਦਾ ਆ, ਤੁਸੀਂ ਜੇ ਪ੍ਰਾਈਸ ਥੱਲੇ ਆ ਜਾਂਦੇ ਆ ਫਿਰ ਤੁਸੀਂ ਇਹਨੂੰ ਬਦਲਣ ਬਾਰੇ ਸੋਚਦੇ ਆ ਤਾਂ ਉਸ ਵੇਲੇ ਕੀ ਕੀਤਾ ਜਾਊਗਾ। ਜਿਹੜੇ ਵਰਕੇਬਲ ਇੱਕ ਰਿਫੰਡ ਪ੍ਰੋਸੈਸ ਆ ਉਹ ਵੀ ਤੁਹਾਡੇ ਕੋਲ ਤੁਹਾਨੂੰ ਪਤਾ ਹੋਣਾ ਚਾਹੀਦਾ, ਉਹਦੇ ਵਿੱਚ ਕਿੰਨੀ ਫਲੈਕਸੀਬਿਲਿਟੀ ਆ ਇਹਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ। ਆਇਲ ਪ੍ਰੋਡਕਸ਼ਨ ਬਾਰੇ, ਆਇਲ ਪ੍ਰਾਈਸਿਸ ਬਾਰੇ ਹਜੇ ਤੱਕ ਦੀ ਪ੍ਰੋਡਕਸ਼ਨ ਇਹੀ ਹੈ ਕਿ ਇਹ ਵਧੀ ਜਾਣੇ ਆ, ਅਤੇ ਜੇ ਇਹ ਵਧੀ ਜਾਣੇ ਆ ਤਾਂ ਫਿਰ ਏਅਰ ਫੇਅਰ ਵੀ ਵਧੀ ਜਾਣਾ ਆ। ਔਰ ਦੂਜੀ ਗੱਲ ਕਹਿੰਦੇ ਕੋਸ਼ਿਸ਼ ਕਰੋ ਜੇ ਤੁਸੀਂ ਘੁੰਮਣ ਫਿਰਨ ਦੇ ਲਈ ਕਿਤੇ ਬਾਈ ਏਅਰ ਜਾਣਾ ਚਾਹੁੰਦੇ ਹੋ, ਜਿੰਨਾ ਨੇੜੇ ਜਾ ਸਕਦੇ ਹੋ ਓਨਾ ਨੇੜੇ ਜਾਓ, ਕਿਉਂਕਿ ਅਜੇ ਵੀ ਹਾਲਾਤ ਪਤਾ ਨਹੀਂ ਕਿੱਧਰ ਨੂੰ ਜਾਣੇ ਆ। ਇਹ ਟਿਕਟਸ ਦਾ ਕੀ ਬਣਨਾ ਹੈ। ਘੱਟੋ ਘੱਟ ਤੁਹਾਡੇ ਕੋਲ ਇੱਕ ਹੋਰ ਮੋਡ ਆਫ ਟਰਾਂਸਪੋਰਟੇਸ਼ਨ ਉੱਥੇ ਹੋਵੇ। ਇਹ ਸਿਰਫ ਫਲਾਈਟਸ ਦੇ ਕਿਰਾਏ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਨਹੀਂ ਵਧਣਗੇ, ਵਿਦਨ ਕੈਨੇਡਾ ਵੀ ਜਿਹੜੇ ਕਿਰਾਏ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵਧਣਗੇ। ਹਾਲਾਂਕਿ ਕਿਸੇ ਕੰਪਨੀ ਨੇ, ਏਅਰ ਕੈਨੇਡਾ ਨੇ ਥੋੜ੍ਹਾ ਜਿਹਾ ਇੱਕ ਹਿੰਟ ਜ਼ਰੂਰ ਦੇ ਦਿੱਤਾ ਕਿ ਕਿਰਾਏ ਵੱਧ ਸਕਦੇ ਆ, ਪਰ ਔਰ ਟਰੈਵਲਿੰਗ ਦੇ ਵਿੱਚ ਵੈਸੇ ਓਵਰਆਲ ਖਰਚਾ ਵੀ ਕਹਿੰਦੇ ਵੱਧ ਰਿਹਾ। ਜਿਹੜਾ ਏਅਰ ਟਰੈਵਲਿੰਗ ਆ ਉਹ ਇੱਕ ਕੰਪੋਨੈਂਟ ਆ ਇਹ ਸਾਰੇ ਕੁਛ ਦਾ। ਸਾਰੇ ਜਿਹੜਾ ਹੋਰ ਸਟਾਫ ਆ ਉਹ ਸਾਰਾ ਕੁਛ ਵਧਣ ਦੇ ਨਾਲ ਵੀ ਇਹਦੇ ਉੱਤੇ ਵੱਡਾ ਅਸਰ ਪਊਗਾ ਏਅਰਲਾਈਨਸ ਦੇ ਉੱਤੇ। ਜਿਹੜਾ ਜਦੋਂ ਐਂਡ ਆਫ ਜਨਵਰੀ ਸੀਗਾ ਇਹਦੇ ਵਿੱਚ ਹੀ ਟਰੈਵਲ ਡਿਮਾਂਡ ਬਹੁਤ ਸਾਰੀ ਵੱਧ ਗਈ ਸੀ। ਬਹੁਤ ਸਾਰੇ ਲੋਕ ਸੀ, ਉਹਨਾਂ ਨੇ ਜਦੋਂ ਕੈਨੇਡਾ ਨੇ ਇਹ ਬਾਰਡਰ ਟੈਸਟਿੰਗ ਰਿਕੁਆਇਰਮੈਂਟ ਰਿਲੈਕਸ ਕੀਤੀਆਂ ਸੀ ਉਹਦੇ ਤੋਂ ਬਾਅਦ ਇੱਕਦਮ ਟਰੈਵਲਿੰਗ ਦੇ ਵਿੱਚ ਵਾਧਾ ਹੋਇਆ ਸੀ। ਇੱਕ ਪਾਸੇ ਤੁਹਾਨੂੰ ਡਿਮਾਂਡ ਬਹੁਤ ਜ਼ਿਆਦਾ ਆ, ਸਟਾਫ ਜਾਂ ਉਹ ਉਹਨਾਂ ਨਹੀਂ ਆ, ਇਸ ਕਰਕੇ ਵੀ ਕੀਮਤਾਂ ਵਧਣਗੀਆਂ। ਅਤੇ ਦੂਜਾ ਇਸ ਵੇਲੇ ਇਹ ਜਿਹੜੀ ਗੈਸ ਦੀ ਪ੍ਰਾਈਸ ਆ, ਜਦੋਂ ਫਿਊਲ ਪ੍ਰਾਈਸ ਉੱਤੇ ਜਾਂਦੀ ਆ ਤਾਂ ਇਹਦੇ ਨਾਲ ਵੀ ਕੀਮਤਾਂ ਉੱਪਰ ਨੂੰ ਜਾਣਗੀਆਂ। ਸੋ ਇਸ ਗੱਲ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਤੁਸੀਂ ਟਰੈਵਲ ਕਰਨ ਵਾਲੇ ਸੋਚ ਰਹੇ ਹੋ ਤਾਂ ਇਸ ਗੱਲ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਿਆ ਜਾਵੇ ਕਿ ਏਅਰ ਫੇਅਰ ਵਧਣਗੇ। ਇਹਨੂੰ ਹੁਣ ਟਿਕਟ ਲੈ ਲਓ, ਹੋਲਡ ਕਰ ਲਓ, ਜਾਂ ਆਪਣੇ ਪਲਾਨ ਦੇ ਉੱਤੇ ਇਸ ਤਰੀਕੇ ਨਾਲ ਸੋਚਣਾ ਜ਼ਰੂਰ ਸ਼ੁਰੂ ਕਰ ਦਿਓ ਕਿ ਇਹ ਕੀਮਤ, ਇਹ ਜਿਹੜੇ ਕੋਸਟ ਆ ਤੁਹਾਨੂੰ ਜਿੰਨੀ ਤੁਸੀਂ ਐਕਸਪੈਕਟ ਕਰ ਰਹੇ ਹੋ ਇਸ ਵੇਲੇ ਉਹਦੇ ਤੋਂ ਜ਼ਿਆਦਾ ਪਊਗੀ, ਕਿਉਂਕਿ ਫਲਾਈਟਸ
ਮਹਿੰਗੀਆਂ ਹੋਣਗੀਆਂ। ਅੱਜ ਇੱਕ ਖਬਰ ਨੇ ਬਹੁਤ ਪਰੇਸ਼ਾਨੀ ਪੈਦਾ ਕੀਤੀ ਹੈ। ਖਬਰ ਇਹ ਆ ਕਿ ਲੋਕਾਂ ਦੀ ਮਾਨਸਿਕ ਸਿਹਤ ਕੈਨੇਡਾ ਦੇ ਵਿੱਚ ਠੀਕ ਠਾਕ ਨਹੀਂ ਹੈ। 40% ਯੰਗ ਅਡਲਟਸ ਕੈਨੇਡਾ ਦੇ ਵਿੱਚ ਇਹ ਕਹਿ ਰਹੇ ਆ ਕਿ ਸਾਡੀ ਮਾਨਸਿਕ ਸਿਹਤ ਟੁੱਟਣ ਦੇ ਕੰਢੇ ਤੇ, ਅਸੀਂ ਉਸ ਥਾਂ ਦੇ ਉੱਤੇ ਖੜੇ ਹਾਂ ਜਿੱਥੇ ਕਿਸੇ ਵੇਲੇ ਵੀ ਸਾਡੀ ਮਾਨਸਿਕ ਸਿਹਤ ਟੁੱਟ ਸਕਦੀ ਆ, ਭਾਵ ਅਸੀਂ ਮਾਨਸਿਕ ਰੂਪ ਵਿੱਚ ਠੀਕ ਨਹੀਂ ਹਾਂ। 40% ਬਹੁਤ ਜ਼ਿਆਦਾ ਨੰਬਰ ਹੁੰਦਾ, ਔਰ ਉਹ ਵੀ ਯੰਗ ਅਡਲਟਸ ਦੇ ਵਿੱਚ। ਇਹ 16% ਜ਼ਿਆਦਾ ਆ ਨੈਸ਼ਨਲ ਐਵਰੇਜ ਨਾਲੋਂ, ਜਿਹੜੀ ਇਸ ਵੇਲੇ ਦੱਸੀ ਜਾ ਰਹੀ ਹੈ। ਸਰਵੇ ਕੀਤਾ ਗਿਆ, ਮਾਰੂ ਪਬਲਿਕ ਓਪੀਨੀਅਨ ਨੇ ਦੇਖਿਆ ਕਿ ਜਿਹੜੀ ਸਟੇਟ ਆਫ ਮੈਂਟਲ ਹੈਲਥ ਆ ਕੰਟਰੀ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ, ਜਦੋਂ ਦੀ ਕੋਵਿਡ-19 ਆਈ ਆ, ਪੈਂਡੈਮਿਕ ਆ, ਉਹਦਾ ਕੀ ਅਸਰ ਪਿਆ। ਜਿਹੜੇ ਯੰਗ ਅਡਲਟ ਮਤਲਬ 18 ਤੋਂ ਲੈ ਕੇ 34 ਸਾਲ ਦੇ ਵਿੱਚ ਸਭ ਤੋਂ ਵੱਧ ਇਹਨਾਂ ਦੇ ਉੱਤੇ ਇਹ ਅਸਰ ਪਿਆ, ਇਹਨਾਂ ਦੀ ਮਾਨਸਿਕ ਸਿਹਤ ਦੇ ਉੱਤੇ ਅਸਰ ਪਿਆ। 30% ਇਹ ਕਹਿੰਦੇ ਆ ਕਿ ਸਾਨੂੰ ਪ੍ਰੋਫੈਸ਼ਨਲ ਮੈਂਟਲ ਹੈਲਥ ਦੀ ਹੈਲਪ ਦੀ ਲੋੜ ਆ, ਕਿ ਜਿਹੜਾ ਪ੍ਰੋਫੈਸ਼ਨਲ ਆ ਮੈਂਟਲ ਹੈਲਥ, ਉਹ ਸਾਨੂੰ ਆ ਕੇ ਗਾਈਡ ਕਰੇ, ਸਾਨੂੰ ਦੱਸੇ, ਪਰ ਸਾਡੇ ਕੋਲ ਐਕਸੈਸ ਹੈ ਨਹੀਂ, ਅਸੀਂ ਜਾ ਨਹੀਂ ਸਕਦੇ। ਸੋ ਇਹ 40% ਲੋਕ ਜਿਹੜਾ ਯੰਗ ਨੇ 18 ਤੋਂ 34 ਦੇ ਵਿੱਚ ਉਹ ਇਹ ਕਹਿ ਰਹੇ ਆ ਕਿ ਅਸੀਂ ਮਾਨਸਿਕ ਰੂਪ ਦੇ ਵਿੱਚ ਲਗਭਗ ਟੁੱਟਣ ਦੇ ਕੰਢੇ ਪਏ ਆ। ਅਤੇ ਉਹਦੇ ਵਿੱਚੋਂ ਵੀ 30% ਇਹ ਕਹਿ ਰਹੇ ਆ ਕਿ ਸਾਨੂੰ ਕਿਸੇ ਪ੍ਰੋਫੈਸ਼ਨਲ ਦੀ ਲੋੜ ਆ ਤਾਂ ਕਿ ਸਾਨੂੰ ਜਿਹੜਾ ਠੀਕ ਠਾਕ ਕੀਤਾ ਜਾ ਸਕੇ। ਨੈਸ਼ਨਲ ਐਵਰੇਜ ਨਾਲੋਂ ਕਿਤੇ ਜ਼ਿਆਦਾ ਨੰਬਰ ਇਹ ਇਸ ਵੇਲੇ ਦੱਸਿਆ ਜਾ ਰਿਹਾ। ਮੈਜੋਰਿਟੀ 50% ਤੋਂ ਜ਼ਿਆਦਾ ਇਸ ਵੇਲੇ ਚਿੰਤਤ ਆ ਆਪਣੇ ਭਵਿੱਖ ਨੂੰ ਲੈ ਕੇ, ਕਿਉਂਕਿ ਕੋਵਿਡ-19 ਨੇ ਬਹੁਤ ਕੁਛ ਅਸਤ ਵਿਅਸਤ ਕਰ ਦਿੱਤਾ। ਸੋ ਕੈਨੇਡਾ ਦੇ ਵਿੱਚ ਰਹਿਣ ਵਾਲੇ 50% ਤੋਂ ਜ਼ਿਆਦਾ ਲੋਕ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ ਅਤੇ ਕਿੱਦਾਂ ਦਾ ਇਹ ਸਮਾਂ ਹੋਣਾ। ਇਹ ਗੱਲ ਉਹਨਾਂ ਨੂੰ ਸਮਝ ਨਹੀਂ ਆ ਰਹੀ। ਜਨਰਲ ਪਾਪੂਲੇਸ਼ਨ ਦੇ ਵਿੱਚ 35% ਨੇ ਇਹ ਗੱਲਬਾਤ ਕਹੀ ਹੈ ਕਿ ਮੈਂਟਲ ਹੈਲਥ ਜਿਹੜੀ ਪੈਂਡੈਮਿਕ ਦੇ ਵਿੱਚ ਕਾਫੀ ਜ਼ਿਆਦਾ ਖਰਾਬ ਸੀਗੀ। ਬਹੁਤ ਸਾਰੇ ਯੰਗ ਅਡਲਟਸ ਇਹ ਵੀ ਕਹਿ ਰਹੇ ਆ ਕਿ ਉਹਨਾਂ ਦੇ ਜਿਹੜੇ ਆਲੇ ਦੁਆਲੇ ਲੋਕ ਨੇ, ਉਹਨਾਂ ਦਾ ਬਹੁਤ ਸੀਰੀਅਸ ਕੰਸਰਨ ਆ ਮੈਂਟਲ ਹੈਲਥ ਦਾ। ਜੇ ਉਹਨਾਂ ਨੂੰ ਸਮੱਸਿਆ ਨਹੀਂ ਵੀ ਹੈ ਤਾਂ ਜਿਹੜੇ ਲੋਕ ਉਹਨਾਂ ਦੇ ਆਲੇ ਦੁਆਲੇ ਆ ਉਹ ਜ਼ਰੂਰ ਇਹਦੇ ਵਿੱਚੋਂ ਲੰਘ ਰਹੇ ਆ। 60% ਜਿਹੜੇ ਲੋਕ ਨੇ ਉਹ ਬਹੁਤ ਜ਼ਿਆਦਾ ਵਰੀਡ ਨੇ ਆਪਣੇ ਪਰਿਵਾਰ ਦੇ ਵਿੱਚ ਮਾਨਸਿਕ ਸਿਹਤ ਨੂੰ ਲੈ ਕੇ। ਇਹਦਾ ਮਤਲਬ 60% ਲੋਕ। ਸੋ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀ ਜ਼ਿਆਦਾ ਇਸ ਵੇਲੇ ਮਾਨਸਿਕ ਸਿਹਤ ਲੋਕਾਂ ਦੀ ਖਰਾਬ ਹੋ ਰਹੀ ਹੈ, ਕਿੰਨੇ ਜ਼ਿਆਦਾ ਲੋਕ ਚਿੰਤਤ ਨੇ। ਜਿਹੜੀ ਨੈਸ਼ਨਲ ਐਵਰੇਜ ਆ ਉਹਦੇ ਤੋਂ ਵੀ ਕਿਤੇ ਜ਼ਿਆਦਾ ਇਸ ਵੇਲੇ ਇਹ ਅੰਕੜੇ ਦੱਸੇ ਜਾ ਰਹੇ ਆ, ਜਿਹੜੇ ਆਮ ਤੌਰ ਦੇ ਉੱਤੇ ਇੰਨੀ ਮਾੜੀ ਹਾਲਤ ਨਹੀਂ ਹੁੰਦੀ। ਸਰਵੇ ਕੰਡਕਟ ਕੀਤਾ ਜਨਵਰੀ ਦੇ ਵਿੱਚ 1506 ਜਣਿਆਂ ਨੂੰ ਰੈਂਡਮਲੀ ਕੈਨੇਡਾ ਦੇ ਵਿੱਚ ਸਿਲੈਕਟ ਕੀਤਾ ਸੀ। ਮੈਰੂ ਵੌਇਸ ਕੈਨੇਡਾ ਆਨਲਾਈਨ ਜਿਹੜੇ ਪੈਨਲਿਸਟ ਨੇ, ਅਤੇ ਉਹਨਾਂ ਨੇ ਇਹਦੇ ਤੋਂ ਬਾਅਦ ਜਿਹੜਾ 2.5% ਦਾ ਉਹਨਾਂ ਨੇ ਦੱਸਿਆ, ਜਿਹੜਾ ਪਲੱਸ ਮਾਈਨਸ ਮਾਰਜਨ ਆਫ ਐਰਰ ਇਹਦੇ ਵਿੱਚ ਹੋ ਸਕਦਾ। ਅਤੇ ਇਹ ਪਿਛਲੇ ਦਸੰਬਰ ਦੇ ਵਿੱਚ ਜਿਹੜਾ ਇੱਕ ਸਰਵੇ ਹੋਇਆ ਸੀ, ਉਹਦੇ ਵਿੱਚ ਇਹ ਪਤਾ ਲੱਗਿਆ ਸੀ ਕਿ 50% ਕੈਨੇਡੀਅਨ ਜਿਹੜੇ ਉਹ ਫਰਸਟ੍ਰੇਟਡ ਨੇ, ਅਤੇ ਹੋਰ ਜਿਹੜੇ 40% ਹੈਗੇ ਆ ਉਹ ਐਂਕਸ਼ੀਅਸ ਨੇ 2022 ਦੇ ਲਈ। ਸੋ ਹੁਣ ਇਸ ਵੇਲੇ ਮਾਨਸਿਕ ਸਿਹਤ ਲੋਕਾਂ ਦੀ ਹਜੇ ਵੀ ਠੀਕ ਨਹੀਂ ਆ, ਜਾਂ ਉਹ ਟੁੱਟਣ ਦੇ ਕਿਨਾਰੇ ਆ, ਜਾਂ ਉਹ ਇਸ ਪੱਖੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਆ ਅਤੇ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਿਨੀਮਮ ਵੇਜਸ ਹਮੇਸ਼ਾ ਚਰਚਾ ਦੇ ਵਿੱਚ ਰਿਹਾ। ਕੋਈ ਵੇਲਾ ਸੀ ਜਦੋਂ ਬ੍ਰਿਟਿਸ਼ ਕੋਲੰਬੀਆ ਦਾ ਮਿਨੀਮਮ ਵੇਜਸ ਬਾਕੀ ਸਾਰੇ ਪ੍ਰੋਵਿੰਸਿਸ ਨਾਲੋਂ ਘੱਟ ਹੁੰਦਾ ਸੀ, ਅਤੇ ਇੱਥੇ ਗੱਲਾਂ ਚੱਲਦੀਆਂ ਹੁੰਦੀਆਂ ਸੀ ਕਿ ਇਹ ਬਾਕੀਆਂ ਦੇ ਬਰਾਬਰ ਕਦੋਂ ਹੋਊਗਾ। ਹੁਣ ਇਹ ਬਾਕੀਆਂ ਦੇ ਬਰਾਬਰ ਹੋ ਗਿਆ ਅਤੇ ਬਾਕੀ ਸਾਰਿਆਂ ਨਾਲੋਂ ਅੱਗੇ ਨਿਕਲ ਰਿਹਾ। 3 ਮਹੀਨਿਆਂ ਦੇ ਵਿੱਚ BC ਦਾ ਮਿਨੀਮਮ ਵੇਜਸ ਵੱਧ ਜਾਣਾ ਆ ਇੱਕ ਵਾਰੀ ਫੇਰ, ਅਤੇ ਇਹ ਭਾਵੇਂ ਕਿ ਦੱਸਿਆ ਜਾ ਰਿਹਾ ਕਿ ਇਹ ਵਾਧਾ ਖਰਚੇ ਦੇ ਬਰਾਬਰ ਨਹੀਂ ਹੈ। 1 ਜੂਨ ਤੋਂ ਮਿਨੀਮਮ ਵੇਜਸ $15.65 ਹੋ ਜਾਣੇ ਆ, ਅਤੇ 45 ਸੈਂਟ ਦਾ ਇਹਦੇ ਵਿੱਚ ਵਾਧਾ ਹੋ ਜਾਣਾ। ਇਹਨੂੰ ਕੈਲਕੂਲੇਟ ਕੀਤਾ ਜਾਂਦਾ ਕਿ ਕਿੰਨੀ ਇਨਫਲੇਸ਼ਨ ਆ, ਉਹਦੇ ਹਿਸਾਬ ਦੇ ਨਾਲ ਇਹਨੂੰ ਕੈਲਕੂਲੇਟ ਕੀਤਾ ਜਾਂਦਾ ਕਿ ਕਿੰਨਾ ਇਹ ਵਾਧਾ ਕੀਤਾ ਜਾਣਾ। ਸੋ ਇਹ ਵਾਧਾ ਅੱਜ ਲੇਬਰ ਮਿਨਿਸਟਰ ਹੈਰੀ ਬੈਂਸ ਉਹਨਾਂ ਨੇ ਅਨਾਊਂਸ ਕੀਤਾ ਆ। 15.65 ਜਿਹੜੇ $15.65 1 ਘੰਟੇ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੰਮ ਕਰਨ ਵਾਲੇ ਨੂੰ 1 ਜੂਨ ਤੋਂ ਮਿਲਣਗੇ। ਦੂਜੇ ਪਾਸੇ ਜਦੋਂ ਅਸੀਂ ਇਹ ਹਿਸਾਬ ਕਿਤਾਬ ਲਾ ਕੇ ਦੇਖਦੇ ਹਾਂ ਵੀ ਇੱਥੇ ਖਰਚਾ ਕਿੰਨਾ ਆ, ਜੇ ਖਰਚਾ ਦੇਖਦੇ ਹਾਂ ਤਾਂ ਇੰਨੇ ਮਿਨੀਮਮ ਵੇਜਸ ਦੇ ਉੱਤੇ ਘੱਟੋ ਘੱਟ ਇਸ ਗ੍ਰੇਟਰ ਵੈਨਕੂਵਰ ਏਰੀਆ ਦੇ ਵਿੱਚ ਰਿਹਾ ਨਹੀਂ ਜਾ ਸਕਦਾ। $15.65 ਦੇ ਉੱਤੇ ਜਿਹੜੇ ਕਿ ਵੱਧ ਕੇ 1 ਜੂਨ ਤੋਂ ਹੋਣੇ ਆ, ਇਹਦੇ ਨਾਲ ਵੀ ਗੁਜ਼ਾਰਾ ਨਹੀਂ ਹੁੰਦਾ। ਲਗਭਗ $4.87 ਘੱਟ ਆ, ਮਤਲਬ $5 ਹੋਰ ਹੋਣ, $20 ਜੇਕਰ ਘੱਟੋ ਘੱਟ ਬੰਦੇ ਦੀ ਮਿਨੀਮਮ ਵੇਜਸ 1 ਘੰਟੇ ਦੇ ਉੱਤੇ ਇਨਕਮ ਹੋਵੇ ਤਾਂ ਉਹ ਗ੍ਰੇਟਰ ਵੈਨਕੂਵਰ ਏਰੀਆ ਦੇ ਵਿੱਚ ਸਰਵਾਈਵ ਕਰ ਸਕਦਾ ਇੱਥੇ। ਸੋ ਇਹ ਲਿਵਿੰਗ ਵੇਜਸ ਜਿਹੜੇ ਆ ਉਹ BC ਦੇ ਵਿੱਚ ਖਰਚੇ ਜ਼ਿਆਦਾ ਨੇ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਿਨੀਮਮ ਵੇਜਸ ਓਨਾ ਜ਼ਿਆਦਾ ਨਹੀਂ ਆ,
ਭਾਵੇਂ ਕਿ ਮਿਨੀਮਮ ਵੇਜਸ ਕੈਨੇਡਾ ਦੇ ਵਿੱਚ ਸਾਰਿਆਂ ਤੋਂ ਜ਼ਿਆਦਾ ਇਸ ਵੇਲੇ ਹੋ ਰਿਹਾ ਹੈ, ਪਰ ਫਿਰ ਵੀ ਇਹ ਇੰਨਾ ਨਹੀਂ ਦੱਸਿਆ ਜਾ ਰਿਹਾ। ਜਿਹੜੇ ਐਕਸਪਰਟ ਦੱਸਦੇ ਆ ਉਹ ਦੱਸਦੇ ਆ ਕਿ ਜੇਕਰ ਜਿੰਨੀਆਂ 20 ਡਾਲਰ ਤੇ 52 ਸੈਂਟ ਇੱਕ ਬੰਦੇ ਦੀ ਘੱਟੋ ਘੱਟ ਇਨਕਮ ਪਰ ਆਵਰ ਚਾਹੀਦੀ ਆ, ਤਾਂ ਉਹ ਗਰੋਸਰੀ, ਹਾਊਸਿੰਗ, ਟਰੈਵਲ ਕਾਸਟ ਸਾਰਾ ਕੁਛ ਆ ਉਹਨੂੰ ਉੱਥੇ ਤੱਕ ਉਹਦੇ ਨੇੜੇ ਤੇੜੇ ਆ ਸਕਦਾ ਹੈ। ਸੋ BC ਦਾ ਇਨਫਲੇਸ਼ਨ ਰੇਟ ਪਿਛਲੇ ਸਾਲ ਦੇ ਵਿੱਚ ਸਭ ਤੋਂ ਜ਼ਿਆਦਾ ਸੀ 1993 ਤੋਂ ਬਾਅਦ, ਤੇ ਮਿਨੀਮਮ ਵੇਜਸ ਇਨਫਲੇਸ਼ਨ ਦੇ ਹਿਸਾਬ ਨਾਲ ਵੱਧਦਾ ਆ। ਇਹ ਵੀ ਇੱਥੇ ਗੱਲ ਉਹਨਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਕਿਸੇ ਵੇਲੇ 2017 ਦੇ ਵਿੱਚ ਸਭ ਤੋਂ ਘੱਟ ਮਿਨੀਮਮ ਵੇਜਸ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸੀਗਾ। 17 ਦੇ ਵਿੱਚ ਇਹ 11 ਡਾਲਰ ਤੇ 35 ਸੈਂਟ ਮਿਨੀਮਮ ਵੇਜਸ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸੀਗਾ। ਸੋ ਅੱਜ ਇਹ ਬਹੁਤ ਚੰਗੀ ਗੱਲ ਆ, ਬਹੁਤ ਖੁਸ਼ੀ ਦੀ ਗੱਲ ਆ। 45 ਸੈਂਟ ਮਿਨੀਮਮ ਵੇਜਸ ਦੇ ਵਿੱਚ ਵਾਧਾ ਹੋਣਾ ਤੇ 1 ਜੂਨ ਤੋਂ ਇਹ ਵਾਧਾ ਲਾਗੂ ਹੋ ਜਾਣਾ ਹੈ। ਤੇ ਇਹ ਜਿਹੜੀਆਂ ਫੈਮਲੀਜ਼ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿੰਦੀਆਂ, ਆਉਣ ਵਾਲੇ ਸਾਲਾਂ ਦੇ ਵਿੱਚ ਹੋਰ ਮਿਨੀਮਮ ਵੇਜਸ ਜਿਹੜਾ ਉਹ ਵਧਾਉਣਾ ਪਊਗਾ, ਤਾਂ ਇਹ ਘੱਟੋ ਘੱਟ ਜਿੰਨੀ ਮਹਿੰਗਾਈ ਜਾਂ ਜਿਸ ਕਿਸਮ ਦਾ ਇੱਥੇ ਖਰਚੇ ਰਹਿਣ ਦੇ ਹੈਗੇ ਆ ਉਹਦੇ ਨੇੜੇ ਤੇੜੇ ਪਹੁੰਚ ਸਕਦੇ ਆ। ਪਰ 45 ਸੈਂਟ ਮਿਨੀਮਮ ਵੇਜਸ ਵਧਾਉਣੇ ਇਹ ਬ੍ਰਿਟਿਸ਼ ਕੋਲੰਬੀਆ ਦੇ ਲਈ ਅੱਜ ਇੱਕ ਬਹੁਤ ਚੰਗੀ ਖਬਰ ਆ, ਖੁਸ਼ੀ ਦੀ ਖਬਰ ਆ। ਤੇ ਇਹ ਪਿਛਲੇ ਥੋੜ੍ਹੇ ਸਮੇਂ ਦੇ ਵਿੱਚ 17 ਤੋਂ ਲੈ ਕੇ ਹੁਣ ਤੱਕ, ਜਦੋਂ ਇਹ ਕੈਨੇਡਾ ਦੇ ਵਿੱਚ ਸਭ ਤੋਂ ਘੱਟ ਸੀ, ਉਹਦੇ ਤੋਂ ਲੈ ਕੇ ਸਭ ਤੋਂ ਵੱਧ ਦੇ ਉੱਤੇ ਆਉਣਾ, ਤੇ ਆਸ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਇਨਫਲੇਸ਼ਨ ਦੇ ਹਿਸਾਬ ਨਾਲ ਘੱਟੋ ਘੱਟ 20 ਡਾਲਰ ਹੋ ਜਾਣਗੇ, ਤਾਂ ਕਿ ਲੋਕ ਇੱਥੇ ਸੌਖਿਆਂ ਜੀਵਨ ਬਸਰ ਕਰ ਸਕਣ। ਕੈਨੇਡਾ ਸਮੇਤ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਸਾਲ ਵਿੱਚ 2 ਵਾਰੀ ਸਮਾਂ ਬਦਲਦਾ। ਇੱਕ ਵਾਰੀ ਅਸੀਂ 1 ਘੰਟਾ ਘੜੀ ਦੀਆਂ ਸੂਈਆਂ ਪਿੱਛੇ ਕਰਦੇ ਹਾਂ ਤੇ ਇੱਕ ਵਾਰੀ 1 ਘੰਟਾ ਅੱਗੇ ਕਰਦੇ ਹਾਂ। ਇਹਦਾ ਪੂਰੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ, ਕੁਝ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ, ਔਰ ਇਹਦਾ ਲੋਕਾਂ ਦੀ ਮਾਨਸਿਕ ਸਰੀਰਕ ਸਿਹਤ ਦੇ ਉੱਤੇ ਕਾਫੀ ਅਸਰ ਪੈਂਦਾ। ਇਹਦੇ ਇਕਨੋਮਿਕ ਆਸਪੈਕਟ ਵੀ ਦੱਸੇ ਜਾਂਦੇ ਆ। ਇਹਦਾ ਸਿਹਤ ਦੇ ਉੱਤੇ ਕੀ ਅਸਰ ਪੈਂਦਾ, ਕੀ ਇਹ ਨੋਰਮਲ ਆ, ਆਮ ਜਿਹੀ ਚੀਜ਼ ਆ, ਜਾਂ ਇਹਦਾ ਕੋਈ ਮਾੜਾ ਅਸਰ ਪੈਂਦਾ, ਇਹਦੇ ਸੰਬੰਧੀ ਅਸੀਂ ਜਾਣਕਾਰੀ ਲੈਣ ਲਿਆਏ ਹਾਂ ਡਾਕਟਰ ਪ੍ਰਗਟ ਸਿੰਘ ਪੁਰਜੀ ਹੋਣਾ ਕੋਲ। ਡਾਕਟਰ ਸਾਹਿਬ, ਇਹ ਜਿਹੜਾ ਘੜੀਆਂ 1 ਘੰਟਾ ਅੱਗੇ ਕਰਨੀਆਂ ਪਿੱਛੇ ਕਰਨੀਆਂ, ਸਿਹਤ ਦੇ ਉੱਤੇ ਕੋਈ ਅਸਰ ਪੈਂਦਾ, ਥੋੜ੍ਹਾ ਪੈਂਦਾ ਜਾਂ ਕੋਈ ਵੱਡਾ ਅਸਰ ਪੈਂਦਾ ਜੀ? ਜਸਕਰਨ ਜੀ, ਬਹੁਤ ਸੋਹਣਾ ਸਵਾਲ ਹੈਗਾ। ਔਰ ਇੱਕ ਘੜੀ ਫਿੱਟ ਹੈਗੀ ਆ ਜਿਹਨੂੰ ਆਪਾਂ ਬਾਇਓਲੋਜੀਕਲ ਕਲੌਕ ਕਹਿੰਦੇ ਆ, ਔਰ ਸਾਡੇ ਸਾਰੇ ਸੈੱਲਸ ਦੇ ਉੱਤੇ ਉਹ ਬਕਾਇਦਾ ਕੰਮ ਕਰ ਰਹੀ ਆ। 50 ਟ੍ਰਿਲੀਅਨ ਸੈੱਲ ਜਿਹੜੇ ਹੈਗੇ ਆ। ਜਿਹੜੀ ਬਾਹਰਲੀ ਘੜੀ ਆ ਉਹ ਤਾਂ ਇਨਸਾਨ ਨੇ ਬਣਾਈ, ਆਪਣੇ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਕੰਮ ਕਰਨੇ ਇਤਿਆਦੀ ਹੈ ਨਾ। ਸੋ ਜਦੋਂ ਸਾਡੀ ਬਾਹਰ ਦੀ ਘੜੀ ਔਰ ਅੰਦਰ ਦੀ ਘੜੀ ਸਿੰਕਰੋਨਾਈਜ਼ ਚੱਲਦੀ ਜਾਵੇ ਤਾਂ ਖੁਸ਼ਨੁਮਾ ਜ਼ਿੰਦਗੀ ਰਹਿੰਦੀ ਆ। ਆਪਾਂ ਅੰਦਰਲੀ ਘੜੀ ਦੇ ਹਿਸਾਬ ਦੇ ਨਾਲ ਉੱਠਦੇ ਆ। ਦੇਖੋ, ਪੂਰੇ ਪਸ਼ੂ ਪੰਖੀਆਂ ਦੇ ਵਿੱਚ ਉਹ ਅੰਦਰਲੀ ਘੜੀ ਉਹਨਾਂ ਨੂੰ ਸਵੇਰੇ ਉਠਾਉਂਦੀ ਆ। ਜਿਹੜੇ ਜਾਨਵਰ ਸੁੱਤੇ ਉਹਨਾਂ ਨੂੰ ਨੀਂਦ ਤੋਂ ਉਠਾਉਂਦੀ ਆ, ਫਿਰ ਸ਼ਾਮਾਂ ਨੂੰ ਸਵਾਲਦੀ ਆ, ਉਹ ਅੰਦਰਲੀ ਘੜੀ ਫਿੱਟ ਆ। ਹੁਣ ਤੁਸੀਂ ਕਿਹਾ ਵੀ ਆਪਾਂ 1 ਘੰਟਾ ਖੋ ਗਏ ਸਪਰਿੰਗ ਦੇ ਵਿੱਚ, ਕਿਉਂਕਿ ਅਸੀਂ ਡੇ ਲਾਈਟ ਸੇਵਿੰਗ 'ਚ 1 ਘੰਟਾ ਜੰਪ ਕਰ ਲਏ ਫਾਰਵਰਡ, ਅਤੇ ਸਿਆਲਾਂ 'ਚ 1 ਘੰਟਾ ਅਸੀਂ ਗੇਨ ਕਰਨਾ ਨੀਂਦ ਦਾ। ਮਸਲਾ ਹੈਗਾ ਸਿੱਧਾ ਨੀਂਦ ਦਾ। ਹੁਣ ਰਿਸਰਚ 71 ਕੰਟਰੀਜ਼ ਆ ਜਿਹਦੇ ਵਿੱਚ ਡੇ ਲਾਈਟ ਸੇਵਿੰਗ ਦੀ, ਜਿਹੜੀ ਆਪਣੀ ਕੰਟਰੀ 'ਚ ਵੀ ਹੈ, ਕੈਨੇਡਾ 'ਚ ਹੋ ਰਿਹਾ, ਔਰ 1.6 ਬਿਲੀਅਨ ਲੋਕ ਜਿਹੜੇ ਹੈਗੇ ਆ ਇਹਦੇ ਉੱਤੇ ਆਉਂਦੇ, ਅਗਰ ਆਪਾਂ ਟੋਟਲ ਨੰਬਰ ਦੇਖੀਏ। ਹੁਣ ਜਦੋਂ ਅਸੀਂ ਅੱਜ ਸਪਰਿੰਗ ਦਾ 1 ਘੰਟਾ ਅਸੀਂ ਪਿਛਲੇ ਰਾਤ ਖੋ ਚੁੱਕੇ ਆ, ਤਾਂ ਆਹ ਹਫਤੇ ਦੇ ਵਿੱਚ ਹਾਰਟ ਅਟੈਕ ਦੀ ਦਰ 23% ਵੱਧ ਜਾਣੀ, 23% ਵੱਧ ਜਾਣੀ ਕੈਨੇਡਾ 'ਚ ਜਾਂ ਕੈਨੇਡਾ ਦੇ ਵਿੱਚ, ਹੋਰ ਵੀ ਮੁਲਕਾਂ ਦੇ ਵਿੱਚ ਜਿੱਥੇ ਉਹਨਾਂ ਨੇ 1 ਘੰਟਾ ਨੀਂਦ ਖੋਈ ਆ। ਸਟ੍ਰੋਕ ਦੀ ਦਰ ਵੱਧ ਜਾਣੀ ਆ। ਜਿਹੜੇ ਮੋਟਰ ਵਹੀਕੂਲਰ ਐਕਸੀਡੈਂਟ ਆ, 18% ਇਜ਼ਾਫਾ ਹੋ ਜਾਣਾ, ਭਾਵੇਂ ਉਹ ਟੈਕਸੀ ਚਲਾਉਂਦੇ, ਕਾਰ ਚਲਾਉਂਦੇ, ਸਕੂਟਰ ਚਲਾਉਂਦੇ, ਟਰੱਕ ਚਲਾਉਂਦੇ, ਜੋ ਮਰਜ਼ੀ ਚਲਾਓ। ਦੂਜੀ ਗੱਲ ਹੈਗੀ ਹੈ ਵੀ ਸੁਸਾਈਡ 11% ਹੋਰ ਵੱਧ ਜਾਣਾ 1 ਘੰਟਾ ਨੀਂਦ ਖੋਣ ਦੇ ਨਾਲ। ਇਹ ਹੈਗੇ ਐਡਸ ਦੇ ਉੱਤੇ ਬਕਾਇਦਾ ਸਟੱਡੀ ਹੋ ਚੁੱਕੀ ਹੈ। ਇਹ ਮਤਲਬ ਇਸ ਹਫਤੇ ਦੇ ਵਿੱਚ ਹੁੰਦਾ, ਜਾਂ ਇਨ ਜਨਰਲ ਆਪਾਂ ਕਹਿੰਦੇ ਵੀ ਰਿਸਰਚ ਹੈਗੀ ਜੇ ਇੰਨਾ ਘੱਟ ਸੌਂਦਾ ਬੰਦਾ ਤਾਂ ਇੱਦਾਂ ਹੋਊਗਾ, ਜਾਂ ਇੱਦਾਂ ਹੁੰਦਾ? ਉਹਦੇ ਉੱਤੇ ਤਾਂ ਹੈਡ ਟੂ ਟੋ, ਬ੍ਰੇਨ ਤੋਂ ਲੈ ਕੇ ਸਾਡੇ ਪੈਰਾਂ ਦੀ ਉਂਗਲੀਆਂ ਤੱਕ ਸਾਰਿਆਂ ਦੇ ਉੱਤੇ ਅਸਰ ਪੈਣਾ। ਲੇਕਿਨ ਜਿਹੜਾ ਡੇ ਨਾਈਟ ਦਾ ਜਿਹੜਾ ਸੇਵਿੰਗ ਦਾ 1 ਘੰਟਾ ਖਾਲੀ ਖੋਣ ਦੇ ਨਾਲ ਸਿੱਧਾ ਇਫੈਕਟ ਜਿਹੜਾ ਹੈਗਾ ਆਲ ਓਵਰ ਦਾ ਵਰਲਡ, ਜਿਹੜੀ ਕੰਟਰੀ ਪਾਰਟੀਸਪੇਟ ਕਰ ਰਹੀਆਂ ਉੱਥੋਂ ਰਿਪੋਰਟ ਕਰ ਰਹੀਆਂ। ਔਰ ਜਦੋਂ ਸਿਆਲਾਂ ਦੇ ਵਿੱਚ 1 ਘੰਟਾ ਨੀਂਦ ਗੇਨ ਹੁੰਦੀ ਆ, 21% ਹਾਰਟ ਅਟੈਕ ਘੱਟ ਜਾਂਦੇ ਆ, ਸਟ੍ਰੋਕ ਦੀ ਦਰ ਘੱਟ ਜਾਂਦੀ, ਐਕਸੀਡੈਂਟ ਘੱਟ ਜਾਂਦੇ, ਔਰ ਸੁਸਾਈਡ ਵੀ ਘੱਟ ਜਾਂਦਾ। ਸੋ ਬਕਾਇਦਾ ਦੇਖੋ, ਇਹ ਰਿਸਰਚ ਤਾਂ ਬਿਨਾਂ ਬੁਲਾਏ ਅਸੀਂ, ਇੱਕ ਤਾਂ ਹੁੰਦਾ ਨਾ ਰਿਸਰਚ ਸਾਰਿਆਂ ਨੂੰ ਸ਼ਾਮਿਲ ਕਰਕੇ ਕਰਨਾ, ਇਹ ਰਿਸਰਚ 71 ਕੰਟਰੀ 1.6 ਬਿਲੀਅਨ ਲੋਕਾਂ ਦੇ ਉੱਤੇ ਹਰ ਸਾਲ ਹੋ ਰਿਹਾ, ਲੇਕਿਨ ਇਹਦੇ ਉੱਤੇ ਕਿੰਤੂ ਪਰੰਤੂ ਨਹੀਂ ਹੁੰਦਾ। ਮੇਰੇ ਹਿਸਾਬ ਦੇ ਨਾਲ ਸਾਨੂੰ ਡੇ ਲਾਈਟ ਸੇਵਿੰਗ ਦਾ ਜਿਹੜਾ ਹੈਗਾ ਉਸ ਤੋਂ ਬਾਹਰ ਨਿਕਲ ਜਾਣਾ ਚਾਹੀਦਾ।
ਅਸੀਂ ਜਿੱਥੋਂ ਆਉਂਦੇ ਹਾਂ ਹਿੰਦੁਸਤਾਨ ਪਾਕਿਸਤਾਨ ਜਾਂ ਹੋਰ ਕੰਟਰੀਜ਼ ਉੱਥੇ ਹੈ ਹੀ ਨਹੀਂ ਇਹ ਕਨਸੈਪਟ। ਟਾਈਮ ਹੈਗਾ ਕਿਉਂਕਿ ਸਾਡੀ ਜਿਹੜੀ ਬਾਹਰਲੀ ਘੜੀ ਆ ਉਹ ਅੰਦਰਲੀ ਘੜੀ ਦੇ ਨਾਲ, ਜਿਹਨੂੰ ਆਪਾਂ ਬਾਇਓਲੋਜੀਕਲ ਕਲੌਕ ਕਹਿੰਦੇ ਆ, ਉਹਦੇ ਨਾਲ ਮੇਲ ਖਾਵੇ ਤਾਂ ਹੀ ਸਾਡਾ ਮੂਡ, ਸਾਡੀ ਹੈਲਥ ਠੀਕ ਰਹਿੰਦੀ ਆ। ਤੁਸੀਂ ਦੇਖੋ, ਤੁਸੀਂ ਹੁਣੇ ਹਿੰਦੁਸਤਾਨ ਤੋਂ ਟਰੈਵਲਿੰਗ ਕਰਕੇ ਤੇ ਜੈਟ ਲੈਗ ਹੋਇਆ, ਕਿਉਂਕਿ ਜਿਹੜੀ ਅੰਦਰਲੀ ਘੜੀ ਆ ਬਾਹਰਲੀ ਘੜੀ ਦੇ ਨਾਲ ਮੈਚ ਨਹੀਂ ਕਰ ਰਹੀ। ਅਤੇ ਕੀ ਹੁੰਦਾ, ਅਸੀਂ ਬੌਂਦਲੇ ਹੋਏ ਆ, ਨੀਂਦ ਨਹੀਂ ਠੀਕ ਹੁੰਦੀ, ਫਿਰ ਹੌਲੀ ਹੌਲੀ ਹਫ਼ਤਾ 2 ਹਫ਼ਤੇ ਬਾਅਦ ਸੈੱਟ ਹੋ ਜਾਂਦੀ ਨਾ। ਇਸ ਲਈ ਜਦੋਂ ਡੇ ਲਾਈਟ ਸੇਵਿੰਗ ਦਾ 1 ਘੰਟਾ ਸਿੱਖ ਹੋਇਆ, ਸੋ ਹਫ਼ਤੇ ਤੱਕ ਬਹੁਤਾ ਲੋਕਾਂ 'ਚ ਇਹਦੀ ਜਿਹੜੀ ਸੈਟਿੰਗ ਹੋ ਜਾਂਦੀ ਆ। ਲੇਕਿਨ ਇਹ ਤਾਂ ਆਪਾਂ ਕਰ ਰਹੇ ਗੱਲ ਐਡਲਟਸ ਦੀ, ਅਤੇ ਬੱਚੇ ਵੀ ਵਿਚਾਰੇ ਗਰੀਬ ਵਿੱਚ ਸ਼ਾਮਿਲ ਨੇ। ਬੱਚਿਆਂ ਦੇ ਉੱਤੇ ਹਾਰਟ ਅਟੈਕ ਸਟ੍ਰੋਕ ਤਾਂ ਹੁੰਦਾ ਨਹੀਂ, ਕਿਉਂਕਿ ਉਹਨਾਂ ਦੀ ਉਮਰ, ਉਹਨਾਂ ਦੀ ਹੈਲਥ, ਉਹਨਾਂ ਦਾ ਜਿਹੜਾ ਡਿਜ਼ੀਜ਼ ਨਹੀਂ ਹੁੰਦੇ, ਕੋਲੇਸਟਰੋਲ ਦੇ, ਡਾਇਬਟੀਜ਼, ਬਲੱਡ ਪ੍ਰੈਸ਼ਰ। ਲੇਕਿਨ ਉਹਨਾਂ ਦੀ ਮਾਨਸਿਕਤਾ ਦੇ ਉੱਤੇ ਅਸਰ ਪੈਂਦਾ, ਕਿਉਂਕਿ ਹੁਣ ਦੇਖੋ ਮਾਂ ਬਾਪ ਜਿਸ ਟਾਈਮ ਉੱਠੇ, ਬੱਚਿਆਂ ਨੂੰ ਵੀ ਉਸ ਟਾਈਮ ਉੱਠਣਾ, ਕਿਉਂਕਿ ਉਹਨਾਂ ਨੇ ਅਜੇ ਕੰਮਾਂ 'ਚ ਜਾਣਾ, ਭਾਵੇਂ ਉਹਨਾਂ ਨੂੰ ਸਪਰਿੰਗ ਬ੍ਰੇਕ ਹੋ ਗਈ, ਛੁੱਟੀਆਂ ਹੈ ਨਾ, ਲੇਕਿਨ ਉਹਨਾਂ ਨੇ ਵੀ ਉਹਨਾਂ ਦੇ ਨਾਲ ਹੀ ਉੱਠਣਾ, ਸੋਣਾ। ਸੋ ਚਿੜਚਿੜਾਪਨ, ਫੋਕਸ ਨਹੀਂ ਕਰਨਾ, ਜਿੱਦੀਪਣਾ ਹੋਣਾ, ਭੁੱਖ ਘੱਟ ਲੱਗਣੀ, ਵੱਧ ਲੱਗਣੀ, ਅਸੀਂ ਇਹ ਸਾਰੇ ਜਿਹੜੇ ਹੈਗੇ ਐਸੋਸੀਏਟਡ ਇਹ ਬੱਚਿਆਂ ਦੇ ਜਿਹੜੇ ਬਿਹੇਵੀਅਰ ਚੇਂਜਸ ਆ, ਇਹ ਵੀ ਦੇਖਦੇ ਆ ਇਹਦੇ ਨਾਲ। ਸੋ ਨੀਂਦ ਜਿਹੜੀ ਹੈਗੀ ਆ ਉਹ ਤੁਹਾਡੀ ਨਿਆਮਤ ਹੈਗੀ ਆ। 1 ਘੰਟਾ ਲੋਸ ਕਰਨ ਦੇ ਨਾਲ ਸਾਡਾ ਫਿਜ਼ੀਕਲ ਔਰ ਮੈਂਟਲ ਹੈਲਥ ਸਟੇਬਿਲਿਟੀ ਦੇ ਉੱਤੇ ਅਸਰ ਪੈਂਦਾ। ਤੇ ਡਾਕਟਰ ਸਾਹਿਬ ਇਹ ਕੀਤਾ ਕਿਉਂ ਜਾਂਦਾ ਫਿਰ ਜੀ, ਜਦੋਂ ਇਹ ਡਾਟਾ ਸਾਡੇ ਕੋਲ ਆ? ਇੱਕ ਅਸੀਂ ਰਿਸਰਚ ਕਰਦੇ ਹਾਂ ਵੀ ਇੰਨੇ ਬੰਦਿਆਂ ਨੂੰ ਸੱਦਿਆ, ਫਿਰ ਉਹਨਾਂ ਨੇ ਪਾਰਟੀਸਪੇਟ ਕੀਤਾ, ਫਿਰ ਰਿਸਰਚ ਸਾਹਮਣੇ ਆਈ, ਇੰਨੀ ਦੁਨੀਆ ਦੇ ਉੱਤੇ ਆਟੋਮੈਟਿਕਲੀ ਰਿਸਰਚ ਹੋ ਰਹੀ ਹੈ, ਅਤੇ ਤੁਹਾਡੇ ਦੱਸਣ ਮੁਤਾਬਕ ਐਡਾ ਐਡਾ ਨੁਕਸਾਨ ਹੋ ਰਿਹਾ, ਇਹ ਚੱਲ ਕਿਉਂ ਰਿਹਾ ਜੀ? ਇਹ ਸਾਰਾ ਕਮਰਸ਼ੀਅਲ ਇੰਡਸਟਰੀਲਾਈਜੇਸ਼ਨ ਕਰਕੇ ਹੈਗੇ ਆ। ਦੇਖੋ ਸਾਡਾ ਟ੍ਰੇਡ ਹੈਗਾ 90% ਸਾਡੀ ਜਿਹੜੀ ਸਾਊਥ 'ਚ ਹੈਗੀ ਆ, ਅਮਰੀਕਾ ਉਹਨਾਂ ਦੇ ਨਾਲ ਹੈਗਾ ਹੈ ਨਾ। ਸੋ ਇਹ ਜਿਹੜੇ ਸਟਾਕ ਮਾਰਕੀਟ ਆ, ਟ੍ਰੇਡਸਮੈਨ ਹੈਗੇ ਆ ਸਾਰੇ, ਉਹ 1 ਘੰਟਾ ਜ਼ਿਆਦਾ ਮੰਗਦੇ ਤਾਂ ਕਿ ਬਿਜ਼ਨਸ ਜ਼ਿਆਦਾ ਵਧੇ। ਉਹਦਾ ਮੇਨ ਮਨੋਰਥ ਹੈਗਾ। ਲੇਕਿਨ ਕਹਿੰਦੇ ਹਾਂ ਜੀ ਤੁਹਾਨੂੰ ਸਨਲਾਈਟ 1 ਘੰਟਾ ਜ਼ਿਆਦਾ ਦੇ ਦਿੱਤੀ ਹੈ ਨਾ। ਸਨਲਾਈਟ ਤਾਂ ਸਨਲਾਈਟ ਹੀ ਰਹਿਣੀ ਹੈ ਨਾ, ਸੂਰਜ ਤਾਂ ਸੂਰਜ ਹੀ ਰਹਿਣਾ, ਭਾਵੇਂ 1 ਘੰਟਾ ਵਧੇ ਘੱਟ ਆ। ਸੋ ਸਿੱਧਾ ਇਹਦਾ ਇਫੈਕਟ ਕਾਮਰਸ ਦੇ ਨਾਲ ਹੈਗਾ। ਸੋ ਸਾਡੇ ਜਿਹੜੇ ਪੋਲੀਟੀਸ਼ੀਅਨਸ ਆ, ਹੈਲਥ ਮਿਨਿਸਟਰਸ ਆ, ਹੁਣ ਦੇਖੋ ਅਸੀਂ ਵੈਸਟਰਨ ਜ਼ੋਨ 'ਚ ਇੱਥੋਂ ਦੀ ਲੈ ਕੇ ਸਟੇਟ ਆਫ ਜਿਹੜਾ ਸਾਡਾ ਹੈਗਾ ਸੀਐਟਲ, ਜਿਹੜਾ ਵਾਸ਼ਿੰਗਟਨ 'ਚ ਪੈਂਦਾ, ਫਿਰ ਓਰੇਗਨ, ਪੋਰਟਲੈਂਡ 'ਚ ਪੈਂਦਾ, ਕੈਲੀਫੋਰਨੀਆ, ਸਾਰਿਆਂ ਦਾ ਟਾਈਮ ਇੱਕੋ ਹੀ ਆ। ਸੋ ਸਾਰੇ ਗਵਰਨਰਸ ਨੂੰ ਅਤੇ ਸਾਡੇ ਪ੍ਰੀਮੀਅਰ ਮਾਨਯੋਗ, ਮੇਰੇ ਖਿਆਲ ਨਾਲ ਉਹਨਾਂ ਨੂੰ ਜੌਨ ਹੋਰਗਨ ਨੇ ਤਾਂ ਕੋਸ਼ਿਸ਼ ਕੀਤੀ ਸੀ ਵੀ ਪਾਰਲੀਮੈਂਟ 'ਚ ਵੀ, ਲੇਕਿਨ ਜਦ ਤੱਕ ਉਹ ਕਾਊਂਟਰ ਪਾਰਟ ਨਹੀਂ ਪਾਰਟੀਸਪੇਟ ਕਰਦੇ ਸਾਨੂੰ ਔਖਾ ਹੋ ਜਾਂਦਾ। ਲੈਟਸ ਸੇ ਜਿਸ ਕਰਨ ਜੀ ਅਸੀਂ ਕਹੀਏ ਵੀ ਅਸੀਂ ਨਹੀਂ ਕਰਨਾ, ਅਤੇ ਸਾਡੇ ਇੱਥੇ ਜਦੋਂ 7 ਵਜੇ ਹੋਣਗੇ, ਉਹਨਾਂ ਦੇ 8 ਵਜੇ ਹੋਣਗੇ, ਤਾਂ ਫਿਰ ਪਲੇਨਸ ਦੀ ਟਰਾਂਸਪੋਰਟੇਸ਼ਨ ਦੇ ਵਿੱਚ ਪ੍ਰੋਬਲਮ, ਸਟਾਕ ਮਾਰਕੀਟ 'ਚ ਪ੍ਰੋਬਲਮ, ਕਾਮਰਸ 'ਚ ਪ੍ਰੋਬਲਮ। ਸੋ ਸਾਰਿਆਂ ਨੂੰ ਰਲ ਕੇ ਬੈਠ ਕੇ ਇੱਕੋ ਨੀਤੀ ਕਰਨੀ ਚਾਹੀਦੀ ਹੈ। ਦੇਖੋ ਤੁਹਾਡੀ ਸਿਹਤ ਆ, ਉਹਦੇ ਉੱਤੇ ਇਹਦਾ ਇਫੈਕਟ ਪੈ ਰਿਹਾ ਜੋ। ਸੋ ਸਾਰਿਆਂ ਨੂੰ, ਸਾਇੰਟਿਸਟ ਨੂੰ ਆਪਣੀ ਜਿਹੜੀ ਹੈਗੀ ਸਟੱਡੀ ਪਬਲਿਸ਼ ਕਰਕੇ, ਅਤੇ ਜਿਹੜੇ ਮੇਨ ਡਿਸੀਜਨ ਹੈਗਾ ਇਹ ਪੋਲੀਟੀਕਲ ਹੈਗਾ। ਸਾਇੰਟਿਸਟ ਦੁਹਾ ਹੀ ਦੇ ਰਹੇ ਜੀ ਵੀ ਆਹ ਰਿਸਰਚ ਹੋ ਰਿਹਾ, ਸ਼ੋ ਹੋ ਰਿਹਾ, ਲੇਕਿਨ ਇਹ ਪੋਲੀਟੀਕਲ ਮੈਂਡੇਟ ਹੈਗਾ। ਔਰ ਜਿਹੜੇ ਇਹਦੇ ਵਿੱਚ ਜੋ ਵੀ ਇਨਵੋਲਵਡ ਹੈਗੇ ਆ, ਜਿਹੜੇ ਉਹ ਮਤਲਬ ਰੈਗੂਲੇਟਰਸ ਕਹਿ ਸਕਦੇ ਹਾਂ ਆਪਾਂ, ਪੋਲੀਟੀਸ਼ੀਅਨਸ ਕਹਿ ਸਕਦੇ ਹਾਂ, ਪਾਲਿਸੀ ਮੇਕਰਸ, ਉਹਨਾਂ ਨੂੰ ਇਹ ਚੇਂਜ ਜਲਦੀ ਲੈ ਕੇ ਆਉਣੀ ਚਾਹੀਦੀ ਆ। ਡਾਕਟਰ ਸਾਹਿਬ ਇਹ ਤਾਂ ਹੋ ਗਿਆ ਵੀ ਜਦੋਂ ਅਸੀਂ 1 ਘੰਟਾ ਚੇਂਜ ਕਰ ਰਹੇ ਹੋ, ਲਗਾਤਾਰ ਹੀ ਹੋ ਰਿਹਾ, ਹਫ਼ਤੇ 'ਚ ਤੁਸੀਂ ਕਹਿੰਦੇ ਸੈੱਟ ਹੋ ਜਾਂਦਾ। ਬਾਈ ਚਾਂਸ ਬੰਦਾ ਕਿਸੇ ਦਿਨ ਘੰਟਾ ਨੂੰ ਪਹਿਲਾਂ ਉੱਠਣਾ ਪੈ ਜੇ, ਜਾਂ ਜਿਹੜੇ ਲੋਕ ਹੈਗੇ ਆ ਰਾਤ ਦੀ ਸ਼ਿਫਟ ਕਰਦੇ ਆ, 5 ਦਿਨ ਸੌਣ ਦਾ ਪੈਟਰਨ ਹੋਰ ਆ, 2 ਦਿਨ ਹੋਰ ਹੋ ਜਾਂਦਾ, ਉਹਦਾ ਵੀ ਅਸਰ ਪੈਂਦਾ? ਹਾਂਜੀ ਬਿਲਕੁਲ। ਦੇਖੋ ਜਿਹੜੀ ਨੀਂਦ ਹੈਗੀ ਹੈ ਨਾ, ਤੁਹਾਡੀ ਖਿੰਡ ਵੀ ਨਹੀਂ ਹੋਣੀ ਚਾਹੀਦੀ। ਐਡਲਟ ਵਾਸਤੇ 7 ਘੰਟੇ ਜ਼ਰੂਰੀ ਆ। ਦੇਖੋ ਕਿ ਨਵਾਂ ਬੱਚਾ ਜੰਮਿਆ ਉਹ 18-20 ਘੰਟੇ ਸੌਂਦਾ ਹੌਲੀ ਹੌਲੀ ਜਦੋਂ ਆਪਾਂ ਐਡਲਟ ਲਾਈਫ 'ਚ ਆਉਂਦੇ ਹਾਂ, 7 ਘੰਟੇ ਮਿਨੀਮਮ ਚਾਹੀਦੀ ਨੀਂਦ। ਉਹਦੇ ਵਿੱਚ ਅਗਰ ਤੁਸੀਂ ਹੁਣ ਸ਼ਿਫਟ ਵਰਕਰ ਹੈਗੇ ਆ, ਵੀ ਤੁਹਾਡਾ ਚੇਂਜ ਹੁੰਦਾ, ਉਹਦੇ ਨਾਲ ਵੀ ਤੁਸੀਂ ਦੇਖਿਓ ਵੀ ਉਹਨਾਂ ਦੇ ਉੱਤੇ ਵੀ ਹੈਲਥ ਇਫੈਕਟ ਜਿਹੜੇ ਜ਼ਿਆਦਾ ਹੁੰਦੇ। ਤੁਸੀਂ ਦੇਖੋ ਸ਼ਿਫਟ ਵਰਕਰ ਜਿਹੜੇ ਰਾਤ ਦੇ ਕੰਮ ਕਰਦੇ ਹੋ, ਉਹਨਾਂ ਨੂੰ ਪੈਸੇ ਕਿਉਂ ਜ਼ਿਆਦਾ ਦਿੰਦੇ? ਕਿਉਂਕਿ ਆਲਰੇਡੀ ਉਹਨਾਂ ਨੂੰ ਪਤਾ ਵੀ ਆਪਣੀ ਸਿਹਤ ਦਾਅ 'ਚ ਲਾ ਰਹੇ ਆ। ਓਵਰ ਟਾਈਮ ਕਰਦੇ ਕਿਉਂ ਪੈਸਾ ਦਿੰਦੇ ਜ਼ਿਆਦਾ? ਕਿਉਂਕਿ ਉਹ ਆਪਣੀ ਸਿਹਤ ਦਾਅ 'ਚ ਲਾ ਰਹੇ ਆ। ਸੋ ਤੁਹਾਡੀ ਸਿਹਤ ਬਹੁਤ ਇੰਪੋਰਟੈਂਟ ਹੈ। ਹੈਲਥ ਇਜ਼ ਰੀਅਲ ਵੈਲਥ। ਬਾਹਰਲੀ ਕਮਾਈ ਤਾਂ ਕਰਨੀ ਆ ਹੈ ਨਾ, ਲੇਕਿਨ ਜਿਹੜੀ ਸਿਹਤ ਚਲੀ ਗਈ ਤਾਂ ਉਹਦੇ ਲਈ ਇਹ ਪ੍ਰੋਬਲਮ ਹੈ। ਹੁਣ ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ ਆ, ਉਹ ਸਲੀਪ ਡਿਪਰਵੇਸ਼ਨ ਨੂੰ ਇੱਕ ਹੈਲਥ ਹੈਜ਼ਰਡ ਦੇ ਥਾਈਂ ਪੇਸ਼ ਕਰਦਾ। ਨੰਬਰ 1 'ਚ ਚਲੋ ਸਿਗਰਟ ਸਮੋਕਿੰਗ ਹੈ, ਜਿਹੜਾ ਕੈਂਸਰ ਦੇ ਨਾਲ ਲਿੰਕ ਆ, ਲੇਕਿਨ ਕੈਟਾਗਰੀ 4 'ਚ ਇਹਨੂੰ ਕਰਦਾ ਜੋ ਵਰਲਡ ਹੈਲਥ ਆਰਗੇਨਾਈਜੇਸ਼ਨ ਵੀ ਇਹ ਵੀ ਹੈਲਥ ਹੈਜ਼ਰਡ ਆ, ਜਿਹਦੇ ਵਿੱਚ ਤੁਹਾਨੂੰ ਬ੍ਰੇਨ ਦੇ ਪ੍ਰੋਬਲਮ ਆ ਸਕਦੇ ਆ, ਤੁਹਾਡੇ ਹਾਰਟ ਦੇ ਪ੍ਰੋਬਲਮ ਆ ਸਕਦੇ ਆ, ਇਮਿਊਨ ਸਿਸਟਮ ਕਮਜ਼ੋਰ ਹੋ ਸਕਦਾ, ਔਰ ਕੁਛ ਕੈਂਸਰਾਂ ਨੂੰ ਵੀ ਜਨਮ ਦੇ ਸਕਦਾ। ਸੋ ਇਸ ਲਈ ਅਸੀਂ ਨੀਂਦ ਜਿਹੜੀ ਹੈਗੀ ਆ ਉਹਦੇ ਨਾਲ ਕੰਪਰੋਮਾਈਜ਼ ਨਾ ਕਰੀਏ। ਜਾਪਾਨ ਦੇ ਵਿੱਚ ਨਾ ਇੱਕ ਆਈਲੈਂਡ ਹੈਗਾ, ਉਹਦੇ ਵਿੱਚ ਔਸਤ ਉਮਰ ਸਾਰਿਆਂ ਦੀ 100 ਸਾਲ ਦੇ ਲੱਗ ਗਏ ਆ। ਉੱਥੇ ਘੜੀਆਂ ਨਹੀਂ ਜੋ,
ਉੱਥੇ ਘੜੀਆਂ ਨਹੀਂ, ਮਤਲਬ ਇੱਕ ਆਈਲੈਂਡ ਆ, ਉਹ ਆਪਣਾ ਚੌਲ ਬੀਜਦੇ ਆ ਤੇ ਨਾਲ ਮੱਛੀ ਫੜਦੇ ਆ ਤੇ ਸਵੇਰੇ ਉੱਠ ਕੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਆ, ਸੁਣਾ ਬਈ ਤੇਰਾ ਕਿੱਦਾਂ ਸੀ ਰਾਤ ਦੀ ਨੀਂਦ, ਇੱਕ ਦੂਜੇ ਨਾਲ ਬਾਤਾਂ ਪਾਉਂਦੇ ਆ। ਦੇਖੋ ਫਿਜ਼ੀਕਲ ਲੇਬਰਰ ਹੈ ਉਹ ਸਾਰੇ। ਸੋ ਜਿਹੜੀ ਬਾਹਰਲੀ ਜਿਹੜੀ ਤਮਾ ਹੈਗੀ ਆ ਉਹ ਹੈਗੀ ਆ ਪੈਸੇ ਕਮਾਉਣ ਦੀ, ਵੀ ਸਪੀਡ ਲੱਗੀ ਹੋਈ ਹੈ ਨਾ, ਉਹ ਘੜੀ ਡਿਕਟੇਟ ਕਰਦੀ, ਮੇਰੇ ਇਹ ਟਾਈਮ 'ਚ ਇਹ ਕੰਮ ਹੈ, ਇਹ ਕੰਮ 'ਚ ਇਹ ਕੰਮ ਕਰਨਾ, ਇਹ ਕੰਮ 'ਤੇ ਇਹ ਕਰਨਾ। ਸੋ ਉਹ ਅੰਦਰਲੀ ਘੜੀ ਜਿਹੜੀ ਆ ਉਹ ਵਿਚਾਰੀ ਅੜਿੱਕੇ ਪੈ ਜਾਂਦੀ ਵੀ ਕਰ ਕੀ ਰਿਹਾ। ਦੇਖੋ ਇਨਸਾਨ ਨੂੰ ਤਾਂ ਭੇਜਿਆ ਸੀ ਵੀ ਜ਼ਿੰਦਗੀ ਸੁਰਖਰੂ ਹੋਵੇ, ਲੇਕਿਨ ਉਹਨੇ ਆਪਣੀ ਜ਼ਿੰਦਗੀ ਖਰਾਬ ਕਰ ਲਿੱਤੀ ਇੱਕ ਘੜੀ ਬਣ ਕੇ, ਜਿਹਦੇ ਅਧੀਨ ਉਹ ਗੁਲਾਮ ਹੋ ਚੁੱਕਿਆ। ਸੋ ਆਪਾਂ ਜਿਹੜੀ ਅੰਦਰ ਮਹਾਰਾਜ ਨੇ ਘੜੀ ਫਿੱਟ ਕੀਤੀ ਹੈ, ਜਿਹਨੂੰ ਬਾਇਓਲੋਜੀਕਲ ਕਲੌਕ ਕਰਦੇ ਆ, ਉਹਦੇ ਅਧੀਨ ਚੱਲੀਏ। ਔਰ ਜਿਹੜਾ ਡੇ ਲਾਈਟ ਜਿਹੜਾ ਸੇਵਿੰਗ ਦਾ ਜਿਹੜਾ ਹੈਗਾ ਸਿਲਸਿਲਾ, ਜਾਂ ਵਿੰਟਰ 'ਚ ਆਪਾਂ 1 ਘੰਟਾ ਘਟਾ ਦਿੰਦੇ ਪਿੱਛੇ ਨੂੰ ਜਾਂਦੇ ਆ, ਉਹ ਐਬੋਲਿਸ਼ ਕਰੀਏ ਹੈ ਨਾ। ਇਹਦਾ ਕੋਈ ਮਤਲਬ ਨਹੀਂ ਬਣਦਾ। ਸਾਇੰਟੀਫਿਕ ਇਹਦਾ ਡੇਟਾ ਇਹੀ ਸ਼ੋ ਕਰਦਾ ਸਿਹਤ ਦੇ ਨਾਲ ਅਸੀਂ ਖਿਲਵਾੜ ਕਰ ਰਹੇ ਹਾਂ। ਡਾਕਟਰ ਸਾਹਿਬ ਆਖਰ ਦੇ ਵਿੱਚ ਇੱਕ ਵਾਰੀ ਸਾਨੂੰ ਅੰਕੜੇ ਫੇਰ ਦੱਸਿਓ ਜੀ, ਬੜੇ ਦਿਲਚਸਪ ਤੇ ਬੜੇ ਡਰਾਵਣੇ ਨੇ ਜਿਹੜੇ ਤੁਸੀਂ ਦੱਸ ਰਹੇ ਹੋ। ਹਾਂਜੀ, ਇਹ ਰਿਸਰਚ ਹੈਗੀ ਆ 71 ਕੰਟਰੀਜ਼, 1.6 ਬਿਲੀਅਨ ਪੀਪਲ। ਜਦੋਂ ਸਪਰਿੰਗ ਦੇ ਵਿੱਚ 1 ਘੰਟਾ ਜਿਹੜਾ ਹੈਗਾ ਸਾਡਾ ਨੀਂਦ ਦਾ ਖੁੱਜਦਾ, 23% ਹਾਰਟ ਅਟੈਕ ਦੀ ਦਰ ਇਹ ਹਫਤੇ ਦੇ ਵਿੱਚ ਵਧਣੀ ਆ, 18% ਮੋਟਰ ਵਹੀਕਲਰ ਐਕਸੀਡੈਂਟ ਹੋਣੇ ਆ, ਅਤੇ 11% ਸੁਸਾਈਡ ਦੀ ਦਰ ਵਧਣੀ ਆ। ਅਤੇ ਸਿਆਲਾਂ ਦੇ ਵਿੱਚ ਜਦੋਂ 1 ਘੰਟਾ ਸਾਨੂੰ ਬੋਨਸ ਮਿਲਦਾ, 21% ਹਾਰਟ ਅਟੈਕ ਦੀ ਦਰ ਘੱਟ ਜਾਣੀ ਆ, ਮੋਟਰ ਵਹੀਕਲਰ ਐਕਸੀਡੈਂਟ 15% ਘੱਟ ਜਾਣੇ ਆ, ਸੁਸਾਈਡ ਦੀ ਰੇਟ ਹਾਫ ਹੋ ਜਾਣੀ ਆ ਉਦੋਂ। ਸੋ ਇਸ ਲਈ ਜਿਹੜੀ ਹੈਗੀ ਆ ਇਹ ਤਾਂ ਪ੍ਰਕਾਸ਼ਿਤ ਡੇਟਾ ਹੈ ਜਿੱਥੋਂ ਮੈਂ ਤੁਹਾਨੂੰ ਦੱਸ ਰਿਹਾ। ਸੋ ਆਪਾਂ ਆਪਣੀ ਸਿਹਤ ਦੇ ਉੱਤੇ ਜਿਹੜਾ ਹੈਗਾ ਰੈਗੂਲੇਟਰਸ ਪਲੀਜ਼ ਇਹਨੂੰ ਜਿਹੜਾ ਹੈਗਾ ਡੇ ਲਾਈਟ ਸੇਵਿੰਗ ਦਾ ਜਿਹੜਾ ਹੈਗਾ ਸਿਲਸਿਲਾ ਖਤਮ ਕਰੀਏ। ਆਪਾਂ ਯੂਨੀਵਰਸਲ ਟਾਈਮ ਜਿਹੜਾ ਪਹਿਲਾਂ ਹੁੰਦਾ ਸੀ ਉੱਤੇ ਰਹੀਏ, ਔਰ ਸਾਡੀ ਸਿਹਤ ਵੀ ਖੁਦ ਰਹੇਗੀ, ਮਨ ਵੀ ਖੁਸ਼ ਰਹੇਗਾ, ਅੰਦਰ ਵੀ ਸਕੂਨ ਅਤੇ ਬਾਹਰ ਤਾਂ ਸਕੂਨ ਹੈ ਹੀ ਹੈ। ਬਹੁਤ ਧੰਨਵਾਦ, ਥੈਂਕ ਯੂ। ਦੋਸਤੋ ਡਾਕਟਰ ਪ੍ਰਗਟ ਸਿੰਘ ਭੁਰਜੀ ਉਹਨਾਂ ਦੇ ਨਾਲ ਗੱਲਬਾਤ ਦੱਸੀ, ਔਰ ਉਹਨਾਂ ਨੇ ਜਿਹੜੇ ਪ੍ਰਕਾਸ਼ਿਤ ਅੰਕੜੇ ਉਹ ਦੱਸਦੇ ਹੋਏ ਦੱਸਿਆ ਕਿ ਇਹਦਾ ਅਸਰ ਕਿੰਨਾ ਆ, ਔਰ ਨੀਂਦ ਸਾਡੇ ਲਈ ਕਿੰਨੀ ਜ਼ਰੂਰੀ ਹੈ, ਸਿਹਤ ਸਭ ਤੋਂ ਜ਼ਰੂਰੀ ਹੈ, ਇਹਦਾ ਖਿਆਲ ਰੱਖਣਾ ਚਾਹੀਦਾ। ਕੈਮਰਾਮੈਨ ਅਮਿਤ ਪੁਨੇ ਨਾਲ ਜਿਸ ਕਾਰਨ ਚੈਨਲ ਪੰਜਾਬੀ ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।